ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਆਪਟਿਕਸ ਦੇ ਨੂਮੈਰੀਕਲਸ ਡਿਸਕਸ ਕਰਨ ਜਾ ਰਹੇ ਹਾਂ। ਸੋ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਬੱਚੇ ਅਸੀਂ 1-2 ਮਾਰਕਸ ਦੇ ਕੁਐਸਚਨਸ 3 ਐਂਡ 5 ਮਾਰਕਸ ਦੇ ਕੁਐਸਚਨ ਜਿਹੜੇ ਆ ਡਿਸਕਸ ਕਰ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਨੂਮੈਰੀਕਲਸ ਜਿਹੜੇ ਆ ਡਿਸਕਸ ਕਰਾਂਗੇ ਜੋ ਕਿ ਪੰਜਾਬ ਬੋਰਡ ਦੇ ਅਕੋਰਡਿੰਗਲੀ ਮੋਸਟ ਇੰਪੋਰਟੈਂਟ ਕੁਐਸਚਨਸ ਹੈ। ਔਰ ਇਹਦੇ ਲਈ ਬੱਚੇ ਮੈਂ ਐਕੂਰੇਟ ਦੀ ਬੁੱਕ ਦੀ ਹੈਲਪ ਲੈ ਰਹੀ ਹਾਂ। ਐਕੂਰੇਟ ਦੀ ਬੁੱਕ ਦੇ ਵਿੱਚ ਬੱਚੇ ਤੁਹਾਨੂੰ ਮੋਸਟ ਇੰਪੋਰਟੈਂਟ ਔਰ ਮੋਸਟ ਐਕਸਪੈਕਟਡ ਕੁਐਸਚਨਸ ਜਿਹੜੇ ਆ ਮਿਲ ਜਾਣਗੇ। ਸੋ ਕਾਫੀ ਬੱਚਿਆਂ ਦਾ ਕੁਐਸਚਨ ਇਹ ਰਹਿੰਦਾ ਕਿ ਮੈਮ ਅਗਰ ਅਸੀਂ ਸਿਰਫ ਔਰ ਸਿਰਫ ਐਕੂਰੇਟ ਕਰਕੇ ਜਾਵਾਂਗੇ ਕੀ ਇਹ ਸਫੀਸ਼ੀਐਂਟ ਹੈ। ਸੋ ਬੱਚੇ 80% ਕੁਐਸਚਨਸ ਇੱਦਾਂ ਦੇ ਹੁੰਦੇ ਆ ਜੋ ਰਿਪੀਟਡ ਕੁਐਸਚਨਸ ਹੁੰਦੇ ਆ, ਮਤਲਬ ਜੋ ਪਿਛਲੇ 10 ਸਾਲ ਤੋਂ ਆ ਰਹੇ ਆ ਮੋਸਟਲੀ ਉਹੀ ਕੁਐਸਚਨਸ ਜਿਹੜੇ ਆ ਰਿਪੀਟ ਹੋ ਜਾਂਦੇ ਆ। ਸੋ ਬੱਚੇ ਉਹ ਸਾਰੇ ਕੁਐਸਚਨ ਤੁਹਾਨੂੰ ਐਕੂਰੇਟ ਦੇ ਵਿੱਚੋਂ ਮਿਲ ਜਾਣਗੇ। 20% ਕੁਐਸਚਨ ਬੱਚੇ ਕੁਛ ਕੁਐਸਚਨਸ ਇੱਦਾਂ ਦੇ ਵੀ ਆ ਜੋ ਅੱਜ ਤੱਕ ਕਦੇ ਨਹੀਂ ਆਏ ਬਟ ਐਕੂਰੇਟ ਦੀ ਬੁੱਕ ਦੇ ਅੰਦਰ ਤੁਹਾਨੂੰ ਐਕਸਪੈਕਟਡ ਕੁਐਸਚਨਸ ਦੇ ਵਿੱਚ ਉਹ ਮਿਲ ਜਾਣਗੇ। ਮਤਲਬ ਅਗਰ ਤੁਸੀਂ ਇਹੀ ਬਹੁਤ ਅੱਛੇ ਤਰੀਕੇ ਨਾਲ ਕਰਕੇ ਜਾਂਦੇ ਆ ਤਾਂ ਬੱਚੇ ਹੋਪਫੁਲੀ 90 to 95% ਚਾਂਸਿਸ ਹੈ ਕਿ ਤੁਹਾਡੀ ਐਕੂਰੇਟ ਦੀ ਬੁੱਕ ਦੇ ਵਿੱਚੋਂ ਹੀ ਕੋਈ ਨਾ ਕੋਈ ਕੁਐਸਚਨ ਆ ਜਾਏਗਾ, ਬਟ ਸਟੇਟਮੈਂਟ ਚੇਂਜ ਹੋ ਸਕਦੀ ਆ। ਬਟ ਅਗਰ ਤੁਸੀਂ 100% ਤਿਆਰੀ ਕਰਕੇ ਜਾਣਾ ਚਾਹੁੰਦੇ ਆ ਤਾਂ ਬੱਚੇ ਡੈਫੀਨੇਟਲੀ ਤੁਹਾਨੂੰ ਆਪਣੀਆਂ ਦੂਸਰੀਆਂ ਬੁੱਕਸ ਫੋਰ ਐਗਜ਼ਾਮਪਲ ਮਾਡਰਨ, ਦਿਨੇਸ਼, ਇਹ ਚੱਕਣੀ ਹੀ ਪੈਣਗੀ, ਇੱਕ ਵਾਰੀ ਪੜ੍ਹਨੀ ਹੀ ਪਏਗੀ ਅਗਰ ਤੁਸੀਂ 100% ਤਿਆਰ ਹੋ ਕੇ ਜਾਣਾ ਚਾਹੁੰਦੇ ਆ। ਅਦਰਵਾਈਜ਼ ਬੱਚੇ ਅਗਰ ਤੁਸੀਂ ਕਦੇ ਨਹੀਂ ਕੁਝ ਪੜ੍ਹਿਆ, ਐਵਰੇਜ ਸਟੂਡੈਂਟ ਆ ਬੱਚੇ, ਸਫੀਸ਼ੀਐਂਟ ਹੈ ਐਕੂਰੇਟ ਦੀ ਬੁੱਕ ਨੂਮੈਰੀਕਲਸ ਦੇ ਲਈ ਸਫੀਸ਼ੀਐਂਟ ਹੈ। ਸੋ ਫਸਟ ਕੁਐਸਚਨ ਦੇਖੋ, ਅ 5 cm ਲੌਂਗ ਨੀਡਲ ਲਾਈਜ਼ ਅਲੋਂਗ ਦ ਪ੍ਰਿੰਸੀਪਲ ਐਕਸਿਸ ਆਫ ਕਨਕੇਵ ਮਿਰਰ। ਬੱਚੇ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਪਰਟੀਜ਼ ਜਿਹੜੀਆਂ ਲਰਨ ਹੋਣੀਆਂ ਚਾਹੀਦੀਆਂ ਆ। ਕਨਕੇਵ ਮਿਰਰ ਦੀ ਗੱਲ ਕੀਤੀ ਗਈ ਆ। ਫੋਕਲ ਲੈਂਥ ਬੱਚੇ ਯਾਦ ਰੱਖਣਾ, ਜਿਹੜਾ ਕਨਕੇਵ ਮਿਰਰ ਆ ਇਹਦੀ ਜੋ ਫੋਕਲ ਲੈਂਥ ਹੁੰਦੀ ਆ ਉਹ ਆਲਵੇਜ਼ ਨੈਗੇਟਿਵ ਹੁੰਦੀ ਆ, ਹਮੇਸ਼ਾ ਹੀ ਨੈਗੇਟਿਵ ਹੋਏਗੀ। ਸੋ ਉਹਨਾਂ ਨੇ ਕਿਹਾ ਫੋਕਲ ਲੈਂਥ 20 ਸੈਂਟੀਮੀਟਰ, ਅਸੀਂ ਸਭ ਤੋਂ ਪਹਿਲਾਂ ਲਿਖ ਦਿੱਤਾ F = -20 ਸੈਂਟੀਮੀਟਰ। ਔਰ 5 ਸੈਂਟੀਮੀਟਰ ਲੌਂਗ ਨੀਡਲ ਆ, ਮਤਲਬ ਕਿ ਆਬਜੈਕਟ ਦੀ ਜੋ ਹਾਈਟ ਆ ਦੈਟ ਇਜ਼ 5 ਸੈਂਟੀਮੀਟਰ। ਸੋ ਬੱਚੇ ਅਗਰ ਤੁਸੀਂ ਉਹਦੇ ਨਾਲ ਲਿਖਣਾ ਆਬਜੈਕਟ ਨੂੰ ਉਹਦੇ ਨਾਲ ਲਿਖ ਲਓ, ਅਗਰ ਤੁਸੀਂ H1 ਲਿਖ ਰਹੇ ਆ ਤਾਂ H1 ਵੀ ਲਿਖ ਸਕਦੇ ਆ। ਸੋ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਜਿਹੜਾ ਤੁਸੀਂ ਯੂਜ਼ ਕਰ ਲਓ। ਮੈਨੂੰ O ਐਂਡ I ਰਿਪਰਜੈਂਟ ਕਰਨਾ ਜ਼ਿਆਦਾ ਈਜ਼ੀ ਲੱਗਦਾ। ਸੋ ਅਗਰ ਤੁਹਾਨੂੰ H1 H2 ਦੇ ਨਾਲ ਤੁਸੀਂ ਕੰਫਰਟੇਬਲ ਆ ਤਾਂ H1 H2 ਯੂਜ਼ ਕਰ ਸਕਦੇ ਆ। ਨੈਕਸਟ ਆ such a way that the end closer to the pole is 40 cm away from it. Find the length of the needle of the image of the needle formed by the mirror. So ਬੱਚੇ 20 cm ਜਿਹੜਾ ਆ ਮਿਰਰ, ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਮਿਰਰ ਬਣਾ ਲਓ, ਠੀਕ ਹੈ। ਆ ਰਿਹਾ ਕਨਕੇਵ ਮਿਰਰ ਔਰ ਇਹਦੇ ਸਾਹਮਣੇ ਜੋ ਆਬਜੈਕਟ ਆ ਉਹਨਾਂ ਨੇ ਕਿਹਾ ਲਾਈ ਕਰ ਰਿਹਾ, ਲਾਈ ਮਤਲਬ ਲੰਮਾ ਪਿਆ ਹੋਇਆ ਆ। ਇੱਥੇ ਜੋ ਨੀਡਲ ਹੈ 5 ਸੈਂਟੀਮੀਟਰ ਦੀ ਨੀਡਲ ਜਿਹੜੀ ਲੰਮੀ ਪਈ ਹੋਈ ਆ, ਕਲੋਜ਼ਰ ਐਂਡ ਮਤਲਬ ਇੱਥੋਂ ਲੈ ਕੇ ਬੱਚੇ ਇੱਥੇ ਤੱਕ ਦੀ ਜੋ ਡਿਸਟੈਂਸ ਆ ਦੈਟ ਇਜ਼ 40 ਸੈਂਟੀਮੀਟਰ। ਅਗਰ ਅਸੀਂ ਬੱਚੇ ਹੁਣ ਧਿਆਨ ਨਾਲ ਦੇਖੋ, ਨੀਡਲ ਦੇ ਦੋ ਐਂਡ ਆ, ਇੱਕ ਨੀਅਰ ਐਂਡ ਔਰ ਇੱਕ ਫਾਰ ਐਂਡ, ਇੱਕ ਨੇੜੇ ਵਾਲਾ ਐਂਡ ਔਰ ਇੱਕ ਦੂਰ ਵਾਲਾ ਐਂਡ। ਨੇੜੇ ਵਾਲੇ ਐਂਡ ਦੀ ਬੱਚੇ ਮਿਰਰ ਤੱਕ ਦੀ ਜੋ ਡਿਸਟੈਂਸ ਆ ਦੈਟ ਇਜ਼ 40। ਅਗਰ ਫਾਰ ਮਤਲਬ ਦੂਰ ਵਾਲੇ ਦੀ ਦੇਖਿਆ ਜਾਵੇ ਤਾਂ ਟੋਟਲ ਡਿਸਟੈਂਸ ਕਿੰਨੀ ਹੋ ਜਾਏਗੀ 5 + 45, 40 = 45 ਸੈਂਟੀਮੀਟਰ। ਕਲੀਅਰ ਹੋ ਗਿਆ। ਸੋ ਇਹਨੂੰ ਅਸੀਂ ਦੋ ਬੱਚੇ ਪਾਰਟਸ ਦੇ ਵਿੱਚ ਸੋਲਵ ਕਰਾਂਗੇ, ਇੱਕ 40 ਸੈਂਟੀਮੀਟਰ ਲੈ ਕੇ ਔਰ ਇੱਕ 45 ਸੈਂਟੀਮੀਟਰ ਲੈ ਕੇ। ਕਲੀਅਰ ਹੋ ਗਿਆ। ਅਸੀਂ ਦੋ ਪਾਰਟਸ ਦੇ ਵਿੱਚ ਕਿਉਂ ਸੋਲਵ ਕਰਨਾ, ਇੱਕ ਨੀਡਲ ਦਾ ਬੱਚੇ ਨੇੜੇ ਵਾਲਾ ਹਿੱਸਾ ਤੇ ਇੱਕ ਨੀਡਲ ਦਾ ਦੂਸਰੇ ਵਾਲਾ ਹਿੱਸਾ। ਸੋ U ਐਂਡ F ਬੱਚੇ ਸਾਨੂੰ ਗਿਵਨ ਆ, ਅਸੀਂ V1 ਪਤਾ ਕਰਨੀ ਆ। ਸੋ ਫਾਰਮੂਲਾ ਸਾਡੇ ਕੋਲ ਮਿਰਰ ਫਾਰਮੂਲਾ ਹੈ ਬੱਚੇ 1/F = 1/U + 1/V। ਕਿਉਂਕਿ ਫਸਟ ਪਾਰਟ ਕਰ ਰਹੇ ਹਾਂ, ਫਸਟ ਪਾਰਟ ਦੇ ਲਈ ਅਸੀਂ U1 V1 ਲਿਖ ਲਿਆ। ਡਨ। ਸੋ ਇੱਥੋਂ ਬੱਚੇ V1 ਜਿਹੜਾ ਇੱਧਰ ਹੀ ਪਿਆ ਰਹਿਣ ਤੋਂ U1 ਉੱਧਰ ਲੈ ਕੇ ਜਾਵਾਂਗੇ ਤਾਂ ਕੀ ਹੋ ਜਾਏਗਾ 1/F - 1/U1 = 1/V1। ਡਨ। ਸੋ F ਦੀ ਵੈਲਿਊ ਬੱਚੇ ਸਾਡੇ ਕੋਲ ਕਿੰਨੀ ਹੈ 20 ਔਰ U ਦੀ ਵੈਲਿਊ ਕਿੰਨੀ ਆ -40। ਸੋ ਜਿੱਦਾਂ ਹੀ ਵੈਲਿਊ ਪੁੱਟ ਕਰਾਂਗੇ -20 ਐਂਡ -40, ਸੋ ਬੱਚੇ ਆਹ ਵਾਲਾ ਮਾਈਨਸ ਮਾਈਨਸ ਨਾਲ ਕੈਂਸਲ ਹੋ ਗਿਆ, ਸੋ ਪਲੱਸ ਬਣ ਜਾਏਗਾ। ਨੈਕਸਟ ਸਟੈਪ ਦੇ ਵਿੱਚ LCM ਲਿੱਤਾ ਤਾਂ ਬੱਚੇ ਸਾਡੇ ਕੋਲ V1 ਦਾ ਆਂਸਰ ਕਿੰਨਾ ਆ ਗਿਆ -40 ਸੈਂਟੀਮੀਟਰ। ਹੁਣ ਫੋਰ ਐਂਡ ਮਤਲਬ ਕਿ ਦੂਸਰੇ ਐਂਡ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਆਏਗਾ 40 + 5 ਤਾਂ 45। ਸੈਕਿੰਡ ਬੱਚੇ ਸੇਮ ਮੈਥਡ ਆ, ਇੱਥੇ ਤੁਸੀਂ ਲਿਖ ਦੇਣਾ U2 V2 ਔਰ ਬੱਚੇ ਵੈਲਿਊਜ਼ ਪੁੱਟ ਕਰਕੇ ਦੇਖੋ, ਸੋਲਵ ਕਰਕੇ ਦੇਖੋ, ਜਿਹੜਾ ਤੁਹਾਡੀ V2 ਦਾ ਆਂਸਰ ਹੈ ਉਹ ਆ ਜਾਏਗਾ -36 ਸੈਂਟੀਮੀਟਰ। ਸੋ ਲਾਸਟ ਦੇ ਵਿੱਚ ਆ ਲੈਂਥ ਆਫ ਦ ਇਮੇਜ ਆਫ ਨੀਡਲ। ਹੁਣ ਨੀਡਲ ਦੀ ਲੈਂਥ ਕਿੰਨੀ ਆ ਅਸੀਂ ਇਹ ਪਤਾ ਕਰਨਾ। ਸੋ ਬਹੁਤ ਸਾਰੇ ਬੱਚੇ ਇਹ ਕਨਫਿਊਜ਼ ਰਹਿੰਦੇ ਮੈਮ V2 - V1 ਕਰਨ ਦੀ ਜ਼ਰੂਰਤ ਕਿਉਂ ਪਈ। ਧਿਆਨ ਨਾਲ ਦੇਖੋ ਬੱਚੇ, ਆਹ ਨੀਡਲ ਸੀ, ਇੱਥੇ ਨੀਡਲ ਪਈ ਸੀ
ਹੁਣ ਜਿਹੜੀ ਆ ਇਮੇਜ ਆ ਉਹ ਵੀ ਇੱਥੇ ਕਿਤੇ ਬਣ ਗਈ, ਇੱਥੇ ਕਿਤੇ ਬਣ ਗਈ, ਪਰ ਇਹ ਕਿੰਨੀ ਬਣੀ ਆ 5 ਸੈਂਟੀਮੀਟਰ ਦੀ ਨੀਡਲ ਅਸੀਂ ਪ੍ਰਿੰਸੀਪਲ ਐਕਸਿਸ ਦੇ ਸਾਹਮਣੇ ਲੰਮੇ ਪਾਈ ਹੋਈ ਸੀ। ਹੁਣ ਜਿਹੜੀ ਇਮੇਜ ਬਣੀ ਆ ਕੀ ਉਹ ਤੋਂ ਲੰਮੀ ਬਣੀ ਆ, ਕੀ ਉਹ ਤੋਂ ਛੋਟੀ ਬਣੀ ਆ, ਕਿ ਸੇਮ ਸਾਈਜ਼ ਦੀ ਬਣੀ ਆ, 5 ਸੈਂਟੀਮੀਟਰ ਦੀ ਆ, 4 ਦੀ ਆ, 3 ਦੀ ਆ, 6 ਸੈਂਟੀਮੀਟਰ ਦੀ ਆ, ਕਿੰਨੇ ਸੈਂਟੀਮੀਟਰ ਦੀ ਸਾਨੂੰ ਪਤਾ ਕਰਨਾ ਪਏਗਾ। ਸੋ ਕੀ ਕਰਾਂਗੇ, ਜੋ ਅਸੀਂ ਪਹਿਲਾ ਆਨਸਰ ਨਿਕਾਲਿਆ ਉਹਦੇ ਵਿੱਚੋਂ ਹੁਣ ਵਾਲਾ ਆਨਸਰ ਜਿਹੜਾ ਆ ਮਾਈਨਸ ਕਰ ਦਾਂਗੇ। ਸੋ V2 ਮਾਈਨਸ V1, V2 ਕਿੰਨਾ ਆਇਆ ਬੱਚੇ 36 ਔਰ V1 ਸਾਡਾ ਕਿੰਨਾ ਆਇਆ 40। ਕਲੀਅਰ ਹੈ। ਅਦਰਵਾਈਜ਼ ਬੱਚੇ ਤੁਸੀਂ ਡਾਇਰੈਕਟ 40 ਚੋਂ 36 ਮਾਈਨਸ ਕਰ ਦੋਗੇ ਤਾਂ ਵੀ ਤੁਹਾਡਾ ਡਾਇਰੈਕਟ ਆਨਸਰ ਆ ਜਾਏਗਾ 4 ਸੈਂਟੀਮੀਟਰ। ਕਲੀਅਰ ਹੋ ਗਈ ਰਾਜੇ ਇੰਨੀ ਗੱਲ। ਸੋ 4 ਸੈਂਟੀਮੀਟਰ ਜਿਹੜਾ ਆ ਤੁਹਾਡਾ ਫਾਈਨਲ ਆਨਸਰ ਆ ਜਾਏਗਾ। ਸੋ 4 ਸੈਂਟੀਮੀਟਰ ਦੀ ਜਿਹੜੀ ਤੁਹਾਡੀ ਇਮੇਜ ਨੀਡਲ ਬਣੇਗੀ। ਸੈਕਿੰਡ ਕੁਐਸਚਨ ਰਾਜੇ ਸੇਮ ਡਿਟੋ ਇਹਦੇ ਨਾਲ ਦਾ ਆ। ਸੋ ਵੀਡੀਓ ਨੂੰ ਪੌਜ਼ ਕਰੋ, ਇਹ ਵਾਲਾ ਨੂਮੈਰੀਕਲ ਆਪਣੀ ਕਾਪੀ ਦੇ ਉੱਪਰ ਖੁਦ ਟਰਾਈ ਕਰਕੇ ਦੇਖੋ, ਜਿੱਥੇ ਕਿਤੇ ਪ੍ਰੋਬਲਮ ਆ ਰਹੀ ਆ ਤਾਂ ਪੁੱਛੋ। ਬੱਚੇ ਜਦੋਂ ਤੱਕ ਤੁਸੀਂ ਨੂਮੈਰੀਕਲ ਖੁਦ ਟਰਾਈ ਕਰਕੇ ਨਹੀਂ ਦੇਖੋਗੇ, ਆਪਣੇ ਹੱਥ ਨਾਲ ਸੋਲਵ ਨਹੀਂ ਕਰਕੇ ਦੇਖੋਗੇ, ਨੂਮੈਰੀਕਲਸ ਤੁਹਾਨੂੰ ਪੇਪਰ ਦੇ ਅੰਦਰ ਬੈਠ ਕੇ ਮੋਸਟ ਡਿਫਿਕਲਟ ਲੱਗਣਗੇ ਕਿ ਇਹ ਸਾਨੂੰ ਨਹੀਂ ਆਉਂਦੇ। ਸਮ ਟਾਈਮ ਨੂਮੈਰੀਕਲਸ ਬਹੁਤ ਜ਼ਿਆਦਾ ਈਜ਼ੀ ਆਏ ਹੁੰਦੇ ਆ, ਬਟ ਕਹਿ ਲਓ ਸਟੇਟਮੈਂਟ ਪੜ੍ਹਨ 'ਚ ਜਾਂ ਸਮਝਣ 'ਚ ਸਾਨੂੰ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਸਾਨੂੰ ਔਖੇ ਲੱਗਦੇ ਆ ਨੂਮੈਰੀਕਲ। ਸੋ ਸਟੇਟਮੈਂਟ ਨੂੰ ਪੜ੍ਹਦੇ ਜਾਓ ਔਰ ਆਪਣੀਆਂ ਟਰਮਸ ਲਿਖਦੇ ਜਾਓ। ਵੈਨ ਐਨ ਆਬਜੈਕਟ ਇਜ਼ ਪਲੇਸਡ ਐਟ ਅ ਡਿਸਟੈਂਸ ਆਫ 60 ਸੈਂਟੀਮੀਟਰ। ਹੁਣ ਆਬਜੈਕਟ ਨੂੰ ਕਿੱਥੇ ਰੱਖਿਆ ਗਿਆ 60 ਸੈਂਟੀਮੀਟਰ ਦੇ ਉੱਪਰ, ਮਤਲਬ ਸਾਨੂੰ ਯੂ ਗਿਵਨ ਆ, ਯੂ ਕਿੰਨਾ ਆ 60 ਸੈਂਟੀਮੀਟਰ। ਰਾਜੇ ਹੁਣ ਇੱਕ ਚੀਜ਼ ਦਾ ਧਿਆਨ ਰੱਖੋ, ਆਪਣੀ ਕਾਪੀ ਦੇ ਉੱਪਰ ਸਟਾਰ ਪਾ ਕੇ ਲਿਖ ਲਓ ਕਿ ਯੂ ਇਜ਼ ਆਲਵੇਜ਼ ਨੈਗੇਟਿਵ। ਯੂ ਕੀ ਹੁੰਦਾ ਹਮੇਸ਼ਾ ਨੈਗੇਟਿਵ ਹੁੰਦਾ। ਕਿਉਂ? ਚਾਹੇ ਉਹ ਮਿਰਰ ਫਾਰਮੂਲਾ ਹੋਣ, ਚਾਹੇ ਉਹ ਕਨਵੈਕਸ ਹੋਵੇ ਕਨਕੇਵ ਹੋਵੇ, ਚਾਹੇ ਲੈਂਸ ਫਾਰਮੂਲੇਜ਼ ਹੋਣ, ਮਿਰਰ ਹੋਵੇ, ਲੈਂਸ ਹੋਵੇ, ਕਨਵੈਕਸ ਹੋਵੇ, ਕਨਕੇਵ ਹੋਵੇ, ਕੁਛ ਵੀ ਹੋਵੇ ਬੱਚੇ ਯੂ ਹਮੇਸ਼ਾ ਹੀ ਨੈਗੇਟਿਵ ਆਏਗਾ। ਸੋ ਅਸੀਂ ਡਾਇਰੈਕਟ ਲਿਖ ਦਿੱਤਾ ਯੂ ਇਜ਼ ਇਕੁਅਲਸ ਟੂ ਮਾਈਨਸ 60 ਸੈਂਟੀਮੀਟਰ। For a convex spherical mirror, the magnification produced is 1/2, ਹਾਫ ਜਿਹੜੀ ਮੈਗਨੀਫਿਕੇਸ਼ਨ ਪ੍ਰੋਡਿਊਸ ਹੋਈ। ਸੋ ਅਸੀਂ ਲਿਖ ਦਿੱਤਾ m ਦੀ ਵੈਲਿਊ ਸਾਨੂੰ ਗਿਵਨ ਆ 1/2। ਵੇਅਰ ਸ਼ੁੱਡ the object be placed to get a magnification of 1/3? ਕਹਿੰਦੇ ਆਬਜੈਕਟ ਨੂੰ ਅਸੀਂ ਕਿੱਥੇ ਰੱਖੀਏ, ਯੂ ਅਸੀਂ ਕਿੱਥੇ ਰੱਖੀਏ, ਮਤਲਬ ਅਗੇਨ ਸਾਨੂੰ ਕੀ ਪਤਾ ਕਰਨ ਲਈ ਕਿਹਾ, ਯੂ ਹੀ ਫਾਈਂਡ ਆਊਟ ਕਰਨ ਦੇ ਲਈ ਕਿਹਾ ਗਿਆ ਜਦੋਂ ਸਾਡੀ ਮੈਗਨੀਫਿਕੇਸ਼ਨ ਕਿੰਨੀ ਆ ਜਾਵੇ 1/3 ਆ ਜਾਵੇ। ਸੋ ਸਿਮਿਲਰਲੀ ਬੱਚੇ ਇਹਨੂੰ ਵੀ ਅਸੀਂ ਦੋ ਪਾਰਟਸ ਦੇ ਵਿੱਚ ਸੋਲਵ ਕਰਾਂਗੇ। ਪਹਿਲਾਂ ਕੀ ਆ, ਸਾਨੂੰ ਯੂ ਪਤਾ ਆ ਔਰ ਮੈਗਨੀਫਿਕੇਸ਼ਨ ਪਤਾ, ਦੋ ਚੀਜ਼ਾਂ ਪਤਾ ਆ, ਇੱਥੋਂ ਅਸੀਂ v ਨਿਕਾਲ ਲੈਣੀ। ਸੋ ਬੱਚੇ ਮੈਗਨੀਫਿਕੇਸ਼ਨ ਦਾ ਫਾਰਮੂਲਾ ਕੀ ਹੁੰਦਾ, -v/u ਇਜ਼ ਇਕੁਅਲਸ ਟੂ I/O ਜਾਂ H1/H2। ਸੋ ਇੱਥੇ ਇਮੇਜ ਓਵਰ ਆਬਜੈਕਟ ਦੀ ਤਾਂ ਸਾਨੂੰ ਜ਼ਰੂਰਤ ਨਹੀਂ ਆ, ਸੋ ਆਹ ਵਾਲਾ ਫਾਰਮੂਲਾ ਯੂਜ਼ ਕਰਾਂਗੇ। m ਦੀ ਵੈਲਿਊ ਸਾਨੂੰ ਪਤਾ, u ਪਤਾ, ਇੱਥੋਂ v ਨਿਕਾਲ ਲਓ। ਸੋ ਬੱਚੇ v ਆ ਗਈ ਤੁਹਾਡੀ 30 ਸੈਂਟੀਮੀਟਰ। ਇਹਨੂੰ ਮਿਰਰ ਦੇ ਫਾਰਮੂਲੇ 'ਚ ਪੁੱਟ ਕਰੋ, ਇੱਥੋਂ ਬੱਚੇ ਸਾਡੀ ਫੋਕਲ ਲੈਂਥ ਆ ਜਾਏਗੀ। ਫੋਕਲ ਲੈਂਥ ਅਸੀਂ ਕਿਉਂ ਸੋਲਵ ਕੀਤੀ, ਫੋਕਲ ਲੈਂਥ ਅਸੀਂ ਇਸ ਕਰਕੇ ਸੋਲਵ ਕੀਤੀ ਕਿਉਂਕਿ ਫੋਕਲ ਲੈਂਥ ਇੱਕ ਮਿਰਰ ਦੀ ਆ ਲੈਂਸ ਦੀ ਕਦੇ ਵੀ ਚੇਂਜ ਨਹੀਂ ਹੋ ਸਕਦੀ ਜਦੋਂ ਤੱਕ ਉਹਨੂੰ ਪਾਣੀ ਵਿੱਚ ਡਿਪ ਨਹੀਂ ਕਰ ਦਿੰਦੇ ਜਾਂ ਉਹਨੂੰ ਕਿਸੇ ਮੀਡੀਅਮ ਦੇ ਵਿੱਚ ਮਰਜ ਨਹੀਂ ਕਰ ਦਿੰਦੇ। ਅਦਰਵਾਈਜ਼ ਹਵਾ ਦੇ ਵਿੱਚ ਪਿਆ ਤਾਂ ਉਹਦੀ ਫੋਕਲ ਲੈਂਥ ਚੇਂਜ ਨਹੀਂ ਹੋਏਗੀ। ਸੋ ਐਫ ਸਾਨੂੰ ਪਤਾ ਲੱਗ ਗਿਆ। ਹੁਣ ਸੈਕਿੰਡ ਕੇਸ ਦੇ ਵਿੱਚ ਬੱਚੇ ਤੁਹਾਨੂੰ ਯੂ ਪਤਾ ਔਰ ਮੈਗਨੀਫਿਕੇਸ਼ਨ ਪਤਾ ਹੈ, ਮੈਗਨੀਫਿਕੇਸ਼ਨ 1/3 ਹੋ ਜਾਏਗੀ। ਸੌਰੀ ਯੂ ਆਪਾਂ ਫਾਈਂਡ ਆਊਟ ਕਰਨਾ ਆ, ਮੈਗਨੀਫਿਕੇਸ਼ਨ ਪਤਾ ਔਰ ਫੋਕਲ ਲੈਂਥ ਜਿਹੜੀ ਹੈ ਸਾਨੂੰ ਪਤਾ ਆ 60 ਸੈਂਟੀਮੀਟਰ। ਡਨ। ਅਗੇਨ ਬੱਚੇ ਮੈਗਨੀਫਿਕੇਸ਼ਨ ਕਿਹਦੇ ਇਕੁਅਲ ਆ, m/u। ਠੀਕ ਹੈ। ਸੋ ਮੈਗਨੀਫਿਕੇਸ਼ਨ ਦੀ ਵੈਲਿਊ ਪੁੱਟ ਕਰ ਦਿੱਤੀ 1/3 ਮਾਈਨਸ v/u। ਇੱਥੋਂ ਬੱਚੇ v ਨਿਕਾਲ ਲਓ, ਨਿਕਾਲ ਲਈ v, u ਉੱਧਰ ਚਲਾ ਗਿਆ, ਮਾਈਨਸ u/3 ਆ ਗਿਆ। ਅਗੇਨ ਮਿਰਰ ਫਾਰਮੂਲਾ ਅਪਲਾਈ ਕਰੋ, ਵੈਲਿਊਜ਼ ਪੁੱਟ ਕਰਨੀਆਂ ਸਟਾਰਟ ਕਰ ਦਿਓ। v ਦੀ ਵੈਲਿਊ ਕਿੰਨੀ ਆ ਮਾਈਨਸ u/3, ਐਲਸੀਐਮ ਲਵਾਂਗੇ ਤਾਂ 3 ਬੱਚੇ ਉੱਪਰ ਚਲਾ ਜਾਏਗਾ, 1/u ਮਾਈਨਸ 3/u। ਐਲਸੀਐਮ ਲਵਾਂਗੇ ਤਾਂ u 1 ਮਾਈਨਸ 3 ਇਜ਼ ਇਕੁਅਲਸ ਟੂ 1/60। ਫਰਦਰ ਇਹਨੂੰ ਸੋਲਵ ਕੀਤਾ ਤਾਂ ਬੱਚੇ u ਦਾ ਆਂਸਰ ਕਿੰਨਾ ਆ ਗਿਆ -120 ਸੈਂਟੀਮੀਟਰ। ਕਲੀਅਰ ਹੋ ਗਿਆ। ਦੋ ਪਾਰਟਸ ਦੇ ਵਿੱਚ ਸੋਲਵ ਕੀਤਾ। ਫਸਟ ਪਾਰਟ ਦੇ ਵਿੱਚ ਕੀ ਕੀਤਾ ਬੱਚੇ, ਸਾਨੂੰ u ਔਰ m ਪਤਾ ਆ, u ਔਰ ਮੈਗਨੀਫਿਕੇਸ਼ਨ ਪਤਾ ਆ। ਇੱਥੋਂ ਜਿਹੜੀ ਆ ਇਸ ਹੈਲਪ ਦੇ ਨਾਲ ਬੱਚੇ ਅਸੀਂ v ਔਰ f ਪਤਾ ਕਰ ਲੈਣੀ। f ਜਿਹੜੀ ਆ ਹਮੇਸ਼ਾ ਸਟੈਂਡਰਡ ਰਹੇਗੀ। ਸੈਕਿੰਡ ਸਟੈਪ ਦੇ ਵਿੱਚ ਸਾਨੂੰ m ਪਤਾ ਆ, f ਪਤਾ, ਆ ਦੋਨੋਂ ਚੀਜ਼ਾਂ ਬੱਚੇ ਸਾਨੂੰ ਪਤਾ ਆ। ਇੱਥੋਂ ਜਿਹੜੀ ਆ ਤੁਸੀਂ ਆਪਣੀ u ਸੋਲਵ ਕਰ ਲੈਣੀ। ਕਲੀਅਰ ਹੋ ਗਿਆ। ਈਜ਼ੀ ਨੂਮੈਰੀਕਲ ਹੈ, ਇੰਪੋਰਟੈਂਟ ਹੈ ਬੱਚੇ। ਇਹ ਜਿਹੜਾ ਆ 2009 ਤੋਂ ਪਹਿਲਾਂ ਜਿਹੜੇ ਇਹ ਕੁਐਸਚਨਸ ਆ ਇੱਕ ਦੋ ਵਾਰੀ ਆਇਆ ਹੋਇਆ, ਸੋ ਇਹਨੂੰ ਅੱਛੀ ਤਰੀਕੇ ਨਾਲ ਪ੍ਰਿਪੇਅਰ ਕਰ ਲੈਣਾ। ਠੀਕ ਹੈ ਜੀ।
ਨੈਕਸਟ ਆ ਜਾਓ, ਅ ਰੇ ਆਫ ਲਾਈਟ ਇਜ਼ ਇੰਸੀਡੈਂਟ ਐਟ ਐਨ ਐਂਗਲ ਆਫ 60 ਡਿਗਰੀ ਔਨ ਅ ਹੌਰੀਜ਼ੋਂਟਲ ਪਲੇਨ ਮਿਰਰ। ਸੋ ਬੱਚੇ ਇਹ ਵਾਲਾ ਜੋ ਨੂਮੈਰੀਕਲ ਹੈ ਇਹ 2009 ਦੇ ਵਿੱਚ ਆਇਆ ਹੋਇਆ, ਅਦਰਵਾਈਜ਼ ਇਹ ਕੁਐਸਚਨ ਜਿਹੜਾ ਆ ਪੰਜਾਬ ਬੋਰਡ ਦੇ ਅਕੋਰਡਿੰਗਲੀ ਬੱਚੇ ਪ੍ਰਿਜ਼ਮ ਵਾਲੇ ਜਾਂ ਐਂਗਲ ਵਾਲੇ ਜਿੰਨੇ ਵੀ ਕੁਐਸਚਨਸ ਆ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਆ। ਕ੍ਰਿਟੀਕਲ ਐਂਗਲ ਹੋ ਗਿਆ, ਸੋ ਇਹ ਕੁਐਸਚਨ ਜ਼ਿਆਦਾ ਇੰਪੋਰਟੈਂਟ ਨਹੀਂ ਆ, ਬਟ ਕਿਉਂਕਿ ਅਸੀਂ ਬੱਚੇ ਹੁਣ ਰਿਵੀਜ਼ਨ ਕਰ ਰਹੇ ਹਾਂ ਤਾਂ ਇੱਦਾਂ ਦੇ ਕੁਐਸਚਨਸ ਅਗਰ ਐਕੂਰੇਟ ਨੇ ਦਿੱਤੇ ਹੋਏ ਆ ਤਾਂ ਇੱਕ ਵਾਰੀ ਜ਼ਰੂਰ ਕਰ ਜੋ, ਬਿਕੋਜ਼ ਇਹ ਥੋੜ੍ਹਾ ਜਿਹਾ CBSE ਟੱਚ ਦੇ ਰਿਹਾ, ਸੋ ਕਰਕੇ ਜ਼ਰੂਰ ਜਾਣਾ। ਥਰੂ ਵਿਚ ਐਂਗਲ ਸ਼ੁੱਡ ਬੀ ਦਾ ਮਿਰਰ ਬੀ ਟਿਲਟ ਟੂ ਮੇਕ ਰਿਫਰੈਕਟਿਡ ਰੇ ਹੌਰੀਜ਼ੋਂਟਲ। ਹੁਣ ਹੌਰੀਜ਼ੋਂਟਲ ਦੇ ਵਿੱਚ ਬੱਚੇ ਇੱਕ ਐਂਗਲ ਕਿੰਨਾ ਬਣਦਾ ਸਾਡੇ ਕੋਲ, ਪਰਟੀਕੂਲਰ ਜਦੋਂ ਰਿਫਰੈਕਟ ਹੋ ਜਾਂਦੀ ਆ ਰੇ ਆਹ ਵਾਲੀ, ਸੋ ਸਾਡੇ ਕੋਲ ਜਿਹੜਾ ਟੋਟਲ ਐਂਗਲ ਹੈ ਉਹ ਕਿੰਨਾ ਆ 90 ਡਿਗਰੀ। ਸੋ ਉਹਨਾਂ ਨੇ ਕਿਹਾ 60 ਡਿਗਰੀ ਦਾ ਐਂਗਲ ਬਣ ਰਿਹਾ, ਸੋ 90 ਚੋਂ 60 ਮਾਈਨਸ ਕੀਤੇ ਤਾਂ 30 ਡਿਗਰੀ ਆ ਗਿਆ। ਸੋ ਕਿੰਨਾ ਟਿਲਡ ਹੋ ਗਿਆ, ਹਾਫ ਕਰਾਂਗੇ ਤਾਂ ਕਿੰਨਾ ਹੋਏਗਾ 15 ਡਿਗਰੀ, ਜਸਟ ਉਹਦਾ ਬੱਚੇ ਐਂਗਲ ਦਾ ਹਾਫ ਕਰ ਦੇਣਾ। ਨੈਕਸਟ ਆ ਜਾਓ, ਇੱਦਾਂ ਦੇ ਕੁਐਸਚਨ ਬੱਚੇ ਇੰਪੋਰਟੈਂਟ ਆ, ਇੱਦਾਂ ਦੇ ਕੁਐਸਚਨਸ ਈਜ਼ੀ ਨੂਮੈਰੀਕਲਸ ਹੈ ਔਰ ਕਹਿ ਲਓ ਤੁਹਾਡੇ ਪੇਪਰ ਦੇ ਅੰਦਰ ਇੱਦਾਂ ਦੇ ਕੁਐਸਚਨਸ ਦੇਖਣ ਨੂੰ ਮਿਲਦੇ ਆ। ਐਨ ਆਬਜੈਕਟ ਇਜ਼ ਪਲੇਸਡ ਇਨ ਫਰੰਟ ਆਫ ਅ ਕਨਕੇਵ ਮਿਰਰ ਆਫ ਰੇਡੀਅਸ ਆਫ ਕਰਵੇਚਰ 40 ਸੈਂਟੀਮੀਟਰ। ਹੁਣ ਧਿਆਨ ਰੱਖਣਾ ਬੱਚੇ ਕਿਹੜਾ ਮਿਰਰ ਦਿੱਤਾ ਆ, ਕਨਕੇਵ। ਕਨਕੇਵ ਦੇ ਵਿੱਚ F ਕੀ ਸੀ ਤੁਹਾਡੀ, ਨੈਗੇਟਿਵ, ਇਹਦਾ ਮਤਲਬ R ਵੀ ਕੀ ਹੋਏਗੀ, ਨੈਗੇਟਿਵ। ਇਹ ਚੀਜ਼ਾਂ ਬੱਚੇ ਯਾਦ ਕਰ ਲਓ, ਆਪਣੀ ਕਾਪੀ ਦੇ ਉੱਪਰ ਸਾਈਡ ਤੇ ਲਿਖ ਲਓ ਕਿ ਜਿਹੜਾ ਕਨਕੇਵ ਮਿਰਰ ਦੇ ਲਈ ਫੋਕਲ ਲੈਂਥ ਹੁੰਦੀ ਆ ਉਹ ਕੀ ਹੁੰਦੀ ਆ, ਨੈਗੇਟਿਵ। ਕਨਵੈਕਸ ਦੇ ਲਈ ਕੀ ਹੁੰਦੀ ਆ, ਪੋਜ਼ਿਟਿਵ। ਸੋ ਬੱਚੇ ਇਹ ਇੰਪੋਰਟੈਂਟ ਚੀਜ਼ਾਂ ਆ, ਤੁਹਾਨੂੰ ਜਿਹੜੇ ਸਾਈਨ ਕਨਵੈਨਸ਼ਨਸ ਆ ਉਹ ਯਾਦ ਹੋਣੇ ਚਾਹੀਦੇ ਆ। ਸੋ ਡਿਸਕ੍ਰਿਪਸ਼ਨ ਦੇ ਅੰਦਰ ਬੱਚੇ ਮੈਂ ਤੁਹਾਨੂੰ ਸਾਈਨ ਕਨਵੈਨਸ਼ਨ ਨੂੰ ਲਰਨ ਕਰਨ ਦੀ ਜੋ ਟ੍ਰਿਕ ਆ ਉਹ ਵੀ ਦੱਸਿਆ ਹੋਇਆ, ਐਕਸਪਲੇਨ ਕੀਤਾ ਹੋਇਆ। ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਹੋਈ ਤਾਂ ਬੱਚੇ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਜਾ ਕੇ ਲਿੰਕ ਚੈੱਕ ਕਰ ਲੈਣਾ, ਤੁਹਾਨੂੰ ਜਿਹੜਾ ਆ ਉਹ ਸਾਰੇ ਸਾਈਨਸ ਪਤਾ ਲੱਗ ਜਾਣਗੇ, ਕਦੋਂ ਨੈਗੇਟਿਵ ਲਈਦਾ ਅਤੇ ਕਦੋਂ ਪੋਜ਼ੀਟਿਵ ਲਈਦਾ। ਹੁਣ ਤੁਹਾਨੂੰ R ਗਿਵਨ ਹੈ, R ਇਕੁਅਲਸ ਟੂ -40 ਸੈਂਟੀਮੀਟਰ ਐਟ ਦ ਡਿਸਟੈਂਸ ਆਫ 10 ਸੈਂਟੀਮੀਟਰ, ਮਤਲਬ U ਤੁਹਾਨੂੰ ਕਿੰਨਾ ਗਿਵਨ ਆ, -10 ਸੈਂਟੀਮੀਟਰ। ਪੋਜੀਸ਼ਨ ਮਤਲਬ V ਪਤਾ ਕਰੋ, ਨੇਚਰ ਮਤਲਬ ਇਰੈਕਟ ਆ, ਰੀਅਲ ਇਮੇਜ ਆ, ਵਰਚੁਅਲ ਇਮੇਜ ਆ, ਉਹ ਪਤਾ ਕਰੋ, ਮੈਗਨੀਫਿਕੇਸ਼ਨ ਮਤਲਬ ਕਿ M ਪਤਾ ਕਰੋ। ਡਨ। ਹੁਣ ਬੱਚੇ U ਪਤਾ ਆ, R ਪਤਾ, R ਤੋਂ ਅਸੀਂ F ਨਿਕਾਲ ਲੈਣੀ, F ਕਿਹਦੇ ਇਕੁਅਲ ਹੁੰਦੀ ਆ, R/2, ਸੋ ਕਿੰਨਾ ਆ ਗਿਆ -20। ਹੁਣ U ਔਰ F ਪਤਾ ਆ, V ਪਤਾ ਕਰਨੀ, ਸਿੰਪਲ ਮਿਰਰ ਫਾਰਮੂਲਾ ਲਗਾਓ ਔਰ ਵੈਲਿਊਜ਼ ਪੁੱਟ ਕਰੋ। ਬੱਚੇ ਕੈਲਕੂਲੇਸ਼ਨ ਤੁਹਾਡੇ ਹੱਥ ਵਿੱਚ ਆ, ਤੁਸੀਂ LCM ਲੈ ਕੇ ਕਰਨਾ ਚਾਹੁੰਦੇ ਹੋ ਜਾਂ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਆ, ਕੈਲਕੂਲੇਸ਼ਨ ਤੁਸੀਂ ਆਪਣੇ ਤਰੀਕੇ ਨਾਲ ਕਰ ਸਕਦੇ ਆ। ਸੋ V ਦੀ ਵੈਲਿਊ ਆ ਗਈ। ਨੈਕਸਟ ਉਹਨਾਂ ਨੇ ਕਿਹਾ ਮੈਗਨੀਫਿਕੇਸ਼ਨ ਪਤਾ ਕਰੋ, ਮੈਗਨੀਫਿਕੇਸ਼ਨ ਕਿਹਦੇ ਇਕੁਅਲ ਹੁੰਦੀ ਆ, M = -V/U। ਸੋ ਜਸਟ ਵੈਲਿਊਜ਼ ਪੁੱਟ ਕਰੋ ਔਰ ਤੁਹਾਡਾ ਆਨਸਰ ਆ ਜਾਏਗਾ। ਹੁਣ ਧਿਆਨ ਦਿਓ ਰਾਜੇ, V ਦਾ ਆਨਸਰ ਕਿੰਨਾ ਆ, +20। ਮਿਰਰ ਦੇ ਕੇਸ ਦੇ ਵਿੱਚ, ਮਿਰਰ ਦੇ ਕੇਸ ਦੇ ਵਿੱਚ ਕੀ ਹੁੰਦਾ, ਅਗਰ ਇੱਧਰ ਆਬਜੈਕਟ ਪਿਆ ਆ ਤਾਂ ਕੀ ਹੋਏਗਾ, ਨੈਗੇਟਿਵ। ਕੀ ਹੋਏਗਾ, ਨੈਗੇਟਿਵ। ਅਗਰ ਸੇਮ ਸਾਈਡ ਤੇ ਇਮੇਜ ਬਣ ਰਹੀ ਆ ਤਾਂ ਨੈਗੇਟਿਵ ਹੋਏਗੀ, ਸੇਮ ਸਾਈਡ ਤੇ ਬਣ ਰਹੀ ਆ ਤਾਂ ਨੈਗੇਟਿਵ ਤੇ ਰੀਅਲ ਹੋਏਗੀ ਇਮੇਜ। ਬਟ ਅਗਰ ਦੂਸਰੇ ਪਾਸੇ ਬਣ ਰਹੀ ਆ, ਪੋਜ਼ਿਟਿਵ ਬਣ ਰਹੀ ਆ ਤਾਂ ਉਹ ਕੀ ਹੋਏਗੀ, ਵਰਚੁਅਲ ਇਮੇਜ ਹੋਏਗੀ। ਹੁਣ ਸਾਡਾ ਆਨਸਰ ਕਿੰਨਾ ਆ ਰਿਹਾ, ਪੋਜ਼ਿਟਿਵ ਦੇ ਵਿੱਚ, ਪੋਜ਼ਿਟਿਵ ਆ ਤਾਂ ਇਮੇਜ ਫਾਰਮਡ ਇਜ਼ ਵਰਚੁਅਲ, ਤਾਂ ਕੀ ਹੋਏਗਾ, ਵਰਚੁਅਲ ਹੋਏਗੀ। ਤੇ ਮੈਗਨੀਫਿਕੇਸ਼ਨ ਤੁਹਾਡੀ ਕਾਹਦੀ ਆ ਰਹੀ ਆ, ਪੋਜ਼ਿਟਿਵ ਦੇ ਵਿੱਚ, ਪੋਜ਼ਿਟਿਵ ਆ ਰਹੀ ਆ ਤਾਂ ਇਰੈਕਟ ਇਮੇਜ ਜਿਹੜੀ ਆ ਤੁਹਾਡੀ ਬਣ ਜਾਏਗੀ। ਕਲੀਅਰ ਹੋ ਗਿਆ ਰਾਜੇ। ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਆਪਣੀ ਕਹਿ ਲਓ ਕੁਐਸਚਨਸ ਲਾਸਟ ਵਿੱਚ ਨੇਚਰ ਮੈਂਸ਼ਨ ਕਰ ਦੇਣਾ। ਨੈਕਸਟ ਕੁਐਸਚਨ ਬੱਚੇ ਸੇਮ ਇਹਦੇ ਨਾਲ ਦਾ ਕੁਐਸਚਨ ਹੈ, ਸੋ ਵੀਡੀਓ ਨੂੰ ਪੌਜ਼ ਕਰੋ, ਨੂਮੈਰੀਕਲ ਦੀ ਸਟੇਟਮੈਂਟ ਜਿਹੜੀ ਆ ਉਤਾਰ ਲਓ ਔਰ ਇਸ ਨੂਮੈਰੀਕਲ ਨੂੰ ਖੁਦ ਟਰਾਈ ਕਰਕੇ ਦੇਖੋ। ਅਗਰ ਕਿਤੇ ਵੀ ਕੁਛ ਵੀ ਪ੍ਰੋਬਲਮ ਆਉਂਦੀ ਆ, ਕੁਛ ਕੈਲਕੂਲੇਸ਼ਨ 'ਚ ਪ੍ਰੋਬਲਮ ਆਉਂਦੀ ਆ ਤਾਂ ਬੱਚੇ ਪੁੱਛ ਸਕਦੇ ਆ, ਅਦਰਵਾਈਜ਼ ਐਕੂਰੇਟ ਨੇ ਬਹੁਤ ਅੱਛੇ ਤਰੀਕੇ ਨਾਲ ਕੱਲਾ ਸਟੈਪ ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ। ਸਿਮਿਲਰਲੀ ਬੱਚੇ 7th ਕੁਐਸਚਨ ਹੈ, ਇਹ ਵੀ ਸੇਮ ਮੈਥਡ ਹੈ, ਸੇਮ ਕਹਿ ਲਓ ਤਰੀਕਾ ਆ, ਸੋ ਇਸੇ ਤਰੀਕੇ ਨਾਲ ਜਿਹੜੇ ਤੁਸੀਂ ਕਰਨਾ ਆ। ਨੈਕਸਟ ਆ ਜਾਓ ਕੁਐਸਚਨ ਨੰਬਰ 8 ਦੇ ਉੱਪਰ, ਅ ਰੇ ਆਫ ਲਾਈਟ ਪਾਸਿੰਗ ਥਰੂ ਐਨ ਇਕੁਈਲੇਟਰਲ ਗਲਾਸ ਪ੍ਰਿਜ਼ਮ। ਬੱਚੇ ਇਕੁਈਲੇਟਰਲ ਗਲਾਸ ਪ੍ਰਿਜ਼ਮ ਕੀ ਹੋਏਗਾ, ਇਕੁਈਲੇਟਰ ਦਾ ਮਤਲਬ ਕੀ ਹੁੰਦਾ, ਇੱਕ ਇੱਦਾਂ ਦਾ ਐਂਗਲ, ਇੱਕ ਇੱਦਾਂ ਦਾ ਟਰਾਇੰਗਲ ਜਿਹਦੇ ਹਰ ਐਂਗਲ ਜਿਹੜੇ ਇਕੁਅਲ ਹੋਣ। ਠੀਕ ਹੈ, ਸਾਨੂੰ ਪਤਾ ਸਮ ਆਫ 3 ਐਂਗਲਸ ਆਫ ਟਰਾਇੰਗਲ ਇਜ਼ 180 ਡਿਗਰੀ। ਇਹਦਾ ਮਤਲਬ ਕੱਲਾ ਐਂਗਲ ਕਿੰਨੇ ਦਾ ਹੋਏਗਾ, 60 ਡਿਗਰੀ ਦਾ। ਕਲੀਅਰ ਹੋ ਗਿਆ ਜੀ। ਸੋ ਇੰਨੀ ਚੀਜ਼ ਸਾਨੂੰ ਕਲੀਅਰ ਹੈ ਕਿ ਜਿਹੜਾ ਆ ਸਾਡੇ ਕੋਲ ਇੱਕ ਪ੍ਰਿਜ਼ਮ ਆ, ਪ੍ਰਿਜ਼ਮ ਦਾ ਜਿਹੜਾ ਇੱਕ ਐਂਗਲ ਹੈ ਉਹ ਕਿੰਨੇ ਦਾ ਆ, 60 ਡਿਗਰੀ ਦਾ। ਸੋ ਅਸੀਂ ਲਿਖ ਸਕਦੇ ਹਾਂ A = 60 ਡਿਗਰੀ। ਕਾਫੀ ਸਟੂਡੈਂਟਸ ਨੂੰ ਇਹੀ ਪ੍ਰੋਬਲਮ ਰਹਿੰਦੀ ਆ ਕਿ ਮੈਮ A ਜਿਹੜਾ ਆ 60 ਕਿਉਂ ਲਿਆ, 45 ਕਿਉਂ ਨਹੀਂ ਲਿਆ। ਸੋ ਇਕੁਈਲੇਟਰਲ ਤੋਂ ਬੱਚੇ ਕਲੀਅਰ ਹੈ, ਅਗਰ ਇਕੁਈਲੇਟਰਲ ਲਿਖਿਆ ਤਾਂ ਵੀ ਠੀਕ ਆ, ਅਗਰ ਨਹੀਂ ਵੀ ਲਿਖਿਆ ਬੱਚੇ ਐਂਗਲ ਆਫ ਪ੍ਰਿਜ਼ਮ ਜਿਹੜਾ ਆ ਉਹ 60 ਡਿਗਰੀ ਦਾ ਹੀ ਹੁੰਦਾ ਆ।
ਸੱਚ ਦੈਟ ਐਂਗਲ ਆਫ ਇੰਸੀਡੈਂਟ ਇਜ਼ ਇਕੁਅਲ ਟੂ ਦ ਐਂਗਲ ਆਫ ਇਮਰਜੈਂਟ। ਜਿਹੜਾ ਆਈ ਐਂਗਲ ਆ ਉਹ ਇਮਰਜੈਂਟ ਐਂਗਲ ਦੇ ਇਕੁਅਲ ਹੈ। ਸੋ ਇਹ ਵੀ ਸਟੇਟਮੈਂਟ ਦੇ ਵਿੱਚ ਲਿਖ ਲਓ। ਜੋ ਜੋ ਚੀਜ਼ ਬੱਚੇ ਤੁਹਾਨੂੰ ਗਿਵਨ ਹੈ ਨਾਲ ਦੀ ਨਾਲ ਲਿਖਦੇ ਜਾਣਾ। ਇਫ ਦ ਐਂਗਲ ਆਫ ਇਮਰਜੈਂਟ ਇਜ਼ 3/4 ਟਾਈਮਸ ਦ ਐਂਗਲ ਆਫ ਪ੍ਰਿਜ਼ਮ। ਉਹਨਾਂ ਨੇ ਕਿਹਾ ਅਗਰ ਐਂਗਲ ਆਫ ਇਮਰਜੈਂਟ ਮਤਲਬ ਈ ਆ ਉਹ ਕਿਹਦੇ ਇਕੁਅਲ ਹੋਏਗਾ 3/4। ਧਿਆਨ ਨਾਲ ਦੇਖ ਲਓ E ਇਜ਼ ਇਕੁਅਲਸ ਟੂ 3/4 ਐਂਗਲ ਆਫ ਪ੍ਰਿਜ਼ਮ। ਐਂਗਲ ਆਫ ਪ੍ਰਿਜ਼ਮ ਕਿੰਨਾ ਆ A ਐਂਗਲ ਕਿੰਨਾ ਤੁਹਾਡਾ 60 ਡਿਗਰੀ। ਸੋ ਇੱਥੇ 60 ਤੁਸੀਂ ਪੁੱਟ ਕਰ ਸਕਦੇ ਆ। ਸੋ 2 ਦੇ ਟੇਬਲ 'ਤੇ ਬੱਚੇ ਕਟਿੰਗ ਕਰਕੇ ਦੇਖ ਲਓ ਆ ਗਿਆ 15 3 ਆ 45। ਇਹਦਾ ਮਤਲਬ ਇਮਰਜੈਂਟ ਐਂਗਲ E ਜਿਹੜਾ ਆ ਸਾਨੂੰ 45 ਡਿਗਰੀ ਗਿਵਨ ਹੈ। ਸੋ ਤੁਸੀਂ ਸਟਾਰਟਿੰਗ ਦੇ ਵਿੱਚ ਵੀ ਸੋਲਵ ਇਹਨੂੰ ਕਰ ਸਕਦੇ ਆ। ਹੋ ਗਈ ਜੀ ਕਲੀਅਰ। ਸੋ ਬੱਚੇ ਹੁਣ ਪ੍ਰਿਜ਼ਮ ਫਾਰਮੂਲਾ ਜਿਹੜਾ ਆ ਸਾਡਾ ਰਿਫਰੈਕਟਿਵ ਇੰਡੈਕਸ ਵਾਲਾ ਜਿਹੜਾ ਅਸੀਂ ਯੂਜ਼ ਕਰਾਂਗੇ। ਉਹਨਾਂ ਨੇ ਕਿਹਾ ਕੈਲਕੂਲੇਟ ਦ ਰਿਫਰੈਕਟਿਵ ਇੰਡੈਕਸ ਆਫ ਦ ਗਲਾਸ ਪ੍ਰਿਜ਼ਮ। ਹੁਣ ਰਾਜੇ ਰਿਫਰੈਕਟਿਵ ਇੰਡੈਕਸ ਕੀ ਆ ਮਿਊ ਇਜ਼ ਇਕੁਅਲਸ ਟੂ ਸਾਈਨ ब्रैकेट स्टार्ट A प्लस डेल्टा M डिवाइडेड बाई 2 डिवाइडेड बाई साइन A/2। ਹੁਣ ਧਿਆਨ ਨਾਲ ਦੇਖੋ A ਦੀ ਵੈਲਿਊ ਤਾਂ ਸਾਨੂੰ ਪਤਾ ਆ 60 ਡਿਗਰੀ ਆ। ਵਟ ਇਜ਼ ਡੈਲਟਾ M ਨਹੀਂ ਸਾਨੂੰ ਪਤਾ। ਸੋ ਇਹਦੇ ਲਈ ਅਸੀਂ ਕੀ ਕਰਾਂਗੇ ਸਮੋਲ ਐਂਗਲਡ ਪ੍ਰਿਜ਼ਮ ਦਾ ਵੈਲਿਊਜ਼ ਲਗਾਵਾਂਗੇ। ਸੋ ਡੈਲਟਾ ਪਲਸ A ਇਜ਼ ਇਕੁਅਲ ਟੂ I ਪਲਸ E। ਡੈਲਟਾ ਦੀ ਜਗ੍ਹਾ 'ਤੇ ਕੀ ਲਿਖਣ ਲੱਗਿਆ ਡੈਲਟਾ M। I ਪਲਸ E ਦੋਨੋਂ ਕੀ ਆ ਇਕੁਅਲ ਐਂਗਲਸ ਆ। ਸੋ ਅਸੀਂ ਲਿਖ ਸਕਦੇ ਹਾਂ E ਪਲਸ E ਕਿੰਨਾ ਹੋ ਜਾਏਗਾ 2E। A ਨੂੰ ਦੂਸਰੀ ਤਰਫ ਲੈ ਕੇ ਗਏ ਤਾਂ -A। ਠੀਕ ਹੈ ਜੀ ਕਲੀਅਰ ਹੋ ਗਿਆ ਬੱਚੇ ਇਹ ਫਾਰਮੂਲਾ ਕਿੱਦਾਂ ਬਣਿਆ। ਸੋ ਡੈਲਟਾ M ਇਜ਼ ਇਕੁਅਲ ਟੂ 2। ਬੱਚੇ E ਦੀ ਵੈਲਿਊ ਆਪਾਂ ਹੁਣੇ ਇੱਥੇ ਸੋਲਵ ਕੀਤੀ ਸੀ ਕਿੰਨਾ ਆਇਆ ਸੀ ਸਾਡਾ 45 ਮਾਈਨਸ A ਕਿੰਨਾ ਸੀ 60 ਡਿਗਰੀ। ਸੋ 45 ਨੂੰ ਬੱਚੇ 2 ਨਾਲ ਮਲਟੀਪਲਾਈ ਕੀਤਾ ਸਾਡਾ ਆ ਗਿਆ 90 ਮਾਈਨਸ 60 ਡਿਗਰੀ। ਸੋ ਡੈਲਟਾ ਐਂਗਲ ਸੋਲਵ ਕਰਕੇ ਦੇਖ ਲਓ ਸਾਡੇ ਕੋਲ ਆ ਜਾਏਗਾ 30 ਡਿਗਰੀ। ਸੋ ਬੱਚੇ ਅਗਰ ਇਸ ਤਰੀਕੇ ਨਾਲ ਕਰਨਾ ਇਸ ਤਰੀਕੇ ਨਾਲ ਕਰ ਲਓ, ਅਗਰ ਮੇਰੇ ਮੈਥਡ ਦੇ ਨਾਲ ਕਰਨਾ ਤਾਂ ਇਸ ਤਰੀਕੇ ਨਾਲ ਕਰ ਲਓ। ਠੀਕ ਹੈ ਸਾਡੇ ਕੋਲ 30 ਡਿਗਰੀ ਆ ਗਿਆ। ਸੋ ਡਾਇਰੈਕਟ ਜਿਹੜਾ ਤੁਸੀਂ ਵੈਲਿਊਜ਼ ਪੁੱਟ ਕਰਨੀਆਂ ਸਟਾਰਟ ਕਰ ਦਿਓ। ਮਿਊ ਇਜ਼ ਇਕੁਅਲਸ ਟੂ ਸਾਈਨ A ਬੱਚੇ ਸਾਡੇ ਕੋਲ ਕਿੰਨਾ 60 ਪਲਸ ਡੈਲਟਾ ਕਿੰਨਾ ਆਇਆ 30 ਡਿਗਰੀ ਡਿਵਾਈਡਡ ਬਾਈ 2 ਡਿਵਾਈਡਡ ਬਾਈ ਸਾਈਨ A/2। A ਕਿੰਨਾ ਆ 60 ਡਿਵਾਈਡਡ ਬਾਈ 2। ਸੋ ਕਟਿੰਗ ਕਰਕੇ ਕਿੰਨਾ ਆ ਗਿਆ 30। ਉੱਪਰ ਕਿੰਨਾ ਬੱਚੇ ਦੋਨਾਂ ਨੂੰ ਐਡ ਕੀਤਾ 90 ਡਿਵਾਈਡਡ ਬਾਈ 2 ਕਿੰਨਾ ਹੋ ਗਿਆ 45। ਦੇਖ ਲਓ ਆਹੀ ਟਰਮ ਬਣ ਗਈ ਸਾਈਨ 45 ਡਿਵਾਈਡਡ ਬਾਈ ਸਾਈਨ 30। ਕਲੀਅਰ ਹੋ ਗਿਆ। ਸੋ ਬੱਚੇ A/2 ਦੀ ਫਾਰਮ ਦੇ ਵਿੱਚ ਅਗਰ ਤੁਸੀਂ ਨਹੀਂ ਫਸਣਾ ਚਾਹੁੰਦੇ ਤਾਂ ਤੁਸੀਂ ਡਾਇਰੈਕਟ ਜਿਹੜਾ ਆ ਸੋਲਵ ਕਰ ਸਕਦੇ ਜਿੱਦਾਂ ਮੈਂ ਹੁਣੇ ਦੱਸ ਕੇ ਹਟੀਆਂ। ਸੋ ਲਾਸਟ ਦੇ ਵਿੱਚ ਇਹਦੀ ਵੈਲਿਊਜ਼ ਪੁੱਟ ਕਰ ਦਿਓ ਸਾਈਨ 45 ਇਕੁਅਲਸ ਟੂ 1 ਡਿਵਾਈਡਡ ਬਾਈ √2 ਸਾਈਨ 30 ਇਕੁਅਲਸ ਟੂ 1/2 ਔਰ ਇਹਨੂੰ ਸੋਲਵ ਕਰਕੇ ਦੇਖ ਲਓ ਤੁਹਾਡਾ ਆਂਸਰ ਆ ਜਾਏਗਾ 1.414। ਕਲੀਅਰ ਹੈ ਜੀ। ਨੈਕਸਟ ਆ ਜਾਓ ਅ ਨੈਰੋ ਬੀਮ ਆਫ ਲਾਈਟ ਇਜ਼ ਇੰਸੀਡੈਂਟ ਨੋਰਮਲ on one face of a glass prism having refractive index 1.48। ਹੁਣ ਰਾਜੀ ਧਿਆਨ ਰੱਖੋ ਜਿਹੜੇ ਸਟੂਡੈਂਟ ਵੀਕ ਸਟੂਡੈਂਟਸ ਆ ਜਾਂ ਜਿਹੜੇ ਸਟੂਡੈਂਟਸ ਨੂਮੈਰੀਕਲਸ ਛੱਡ ਕੇ ਜਾਣਾ ਚਾਹੁੰਦੇ ਆ ਉਹ ਆ ਨੂਮੈਰੀਕਲ ਬਿਲਕੁਲ ਨਾ ਕਰੋ। ਨੂਮੈਰੀਕਲ ਨੰਬਰ 8 ਔਰ ਨੂਮੈਰੀਕਲ ਨੰਬਰ 9 ਜਿਹੜੇ ਆ ਵੀਕ ਸਟੂਡੈਂਟ ਆ ਜਾਂ ਐਵਰੇਜ ਸਟੂਡੈਂਟ ਜਿਹੜੇ ਨੂਮੈਰੀਕਲਸ ਨਹੀਂ ਕਰਨਾ ਚਾਹੁੰਦੇ ਬੱਚੇ ਉਹ ਛੱਡ ਸਕਦੇ ਆ। ਠੀਕ ਹੈ ਬਟ ਜਿਹੜੇ ਸਟੂਡੈਂਟ ਪੂਰਾ ਕਹਿ ਲਓ 100% ਆਪਣੀ ਪ੍ਰੈਪਰੇਸ਼ਨ ਕਰਕੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਉਹ ਸਟੂਡੈਂਟ ਜਿਹੜੇ ਨੂਮੈਰੀਕਲ ਸਮਝ ਲਓ ਇਹ ਵਾਲਾ ਅ ਨੈਰੋ ਬੀਮ ਆਫ ਲਾਈਟ ਇਜ਼ ਇੰਸੀਡੈਂਟ ਨੋਰਮਲ ਔਨ ਦ ਵਨ ਫੇਸ ਆਫ ਅ ਗਲਾਸ ਪ੍ਰਿਜ਼ਮ ਹੈਵਿੰਗ ਰਿਫਰੈਕਟਿਵ ਇੰਡੈਕਸ 1.48। ਹੁਣ ਇਸ ਗਲਾਸ ਦਾ ਬੱਚੇ ਰਿਫਰੈਕਟਿਵ ਇੰਡੈਕਸ ਸਾਨੂੰ ਪਤਾ ਕਿ 1.48 ਮਤਲਬ ਕਿ ਮਿਊ ਸਾਨੂੰ ਗਿਵਨ ਹੈ। ਸੋ ਅਸੀਂ ਲਿਖ ਦਿੱਤਾ ਮਿਊ ਗਿਵਨ ਹੈ। ਉਹਨਾਂ ਨੇ ਕਿਹਾ ਫਾਈਂਡ ਦ ਐਂਗਲ ਆਫ ਪ੍ਰਿਜ਼ਮ। ਐਂਗਲ ਆਫ ਪ੍ਰਿਜ਼ਮ ਮਤਲਬ ਅਸੀਂ A ਪਤਾ ਕਰਨਾ ਆ। ਇਫ ਦ ਰੇ ਮੇਕ ਅ ਗ੍ਰੈਜਿੰਗ ਇਮਰਜਡ along the other phase draw a ray diagram showing the path of the ray। ਸੋ ਬੱਚੇ ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਡਰਾ ਕਰਨੀ ਆ। ਡਾਇਗਰਾਮ ਜਦੋਂ ਅਸੀਂ ਡਰਾ ਕਰਾਂਗੇ ਇੱਧਰ ਇੰਸੀਡੈਂਟ ਐਂਗਲ ਹੈ ਦੈਟ ਇਜ਼ I ਔਰ ਇੱਧਰ ਜਿਹੜੀ ਰਿਫਰੈਕਟਡ ਰੇ ਹੋਗੀ ਨੋਰਮਲ ਦੇ ਨਾਲ ਉੱਥੇ ਐਂਗਲ ਕਿੰਨਾ ਬਣੇਗਾ R1 ਇੱਧਰ ਕੀ ਹੋਏਗਾ R2 ਇੱਧਰ ਕੀ ਆ ਤੁਹਾਡਾ ਇਮਰਜੈਂਟ ਐਂਗਲ E। ਹੁਣ R1 ਦੀ ਗੱਲ ਕੀਤੀ ਜਾਵੇ ਤਾਂ ਕਿੱਦਾਂ ਹੋਏਗਾ ਮਿਊ ਇਜ਼ ਇਕੁਅਲਸ ਟੂ ਇੱਧਰ ਕਿਹੜਾ ਐਂਗਲ ਆ ਬੱਚੇ ਸਾਈਨ I ਡਿਵਾਈਡਡ ਬਾਈ ਇੱਧਰ ਕਿਹੜਾ ਐਂਗਲ ਆ ਸਾਈਨ R1। ਸੋ ਆ ਗਈ ਬੱਚੇ ਤੁਹਾਡੀ ਇਕੁਏਸ਼ਨ। ਸੋ R1 ਨੂੰ ਇੱਕ ਪਾਸੇ ਲੈ ਜਾਓ ਮਿਊ ਇੱਕ ਪਾਸੇ। I ਐਂਗਲ ਕਿੰਨਾ ਹੈ ਇੰਸੀਡੈਂਟ ਐਂਗਲ ਕਿੰਨਾ 0 ਐਂਗਲ ਕਿਉਂਕਿ ਅਸੀਂ ਇੰਸੀਡੈਂਟ ਕੋਈ ਦੇ ਨਹੀਂ ਰਹੇ 0। ਮਿਊ ਦੀ ਵੈਲਿਊ ਬੱਚੇ ਸਾਨੂੰ ਗਿਵਨ ਆ 1.45। ਸੋ ਸਾਈਨ 0 ਹੀ ਆਏਗਾ 0 ਡਿਵਾਈਡਡ ਬਾਈ 1.48 ਇਕੁਅਲਸ ਟੂ 0। ਸੋ ਸਾਈਨ R ਜਿਹੜਾ ਆ 0 ਆ ਜਾਏਗਾ। ਇਹਦਾ ਮਤਲਬ ਸਾਈਨ ਥੀਟਾ ਦਾ ਵੈਲਿਊ 0 ਕਦੋਂ ਆਉਂਦੀ ਆ ਜਦੋਂ
थीटा 0 होवे। सो असी लिख दिता R1 इक्वल्स टू 0। हुण बाय रूल बच्चे सानू मैथमैटिकली पोर्शन प्रिज्म दा असी कीता होया, उत्थे असी आ जिहड़ा आ कर चुके हैं R1 प्लस R2 इक्वल्स टू A। ठीक है, सो असी की किता R1 की जगह ते की पुट करता 0 प्लस R2 इक्वल्स टू A। इत्थों R2 की वैल्यू साडे को कितनी आ गई A। ਇਹਦਾ ਮਤਲਬ ਜਿਹੜਾ R2 ਆ ਉਹ ਤੁਹਾਡਾ A ਐਂਗਲ ਦੇ ਇਕੁਅਲ ਆ। A ਕੀ ਆ? ਐਂਗਲ ਆਫ ਪ੍ਰਿਜ਼ਮ। ਸੋ ਐਂਗਲ ਆਫ ਪ੍ਰਿਜ਼ਮ ਜਿਹੜਾ ਐਂਗਲ ਆਫ ਇਨਸੀਡੈਂਟ ਇਕੁਅਲਸ ਟੂ ਕ੍ਰਿਟੀਕਲ ਐਂਗਲ ਹੋਏਗਾ ਦੈਟ ਇਜ਼ 1/IC ਦੇ ਇਕੁਅਲ। ਦੋਨਾਂ ਨੂੰ ਕੰਪੇਅਰ ਕੀਤਾ, ਜਸਟ ਵੈਲਿਊਜ਼ ਪੁੱਟ ਕੀਤੀਆਂ ਤੇ ਸੋਲਵ ਕਰ ਲੈਣਾ। ਹੁਣ ਬੱਚੇ ਸਾਈਨ ਇਨਵਰਸ ਦੀ ਵੈਲਿਊ ਆ ਤੁਹਾਨੂੰ ਲੌਗ ਟੇਬਲ ਜਿਹੜਾ ਤੁਹਾਡੇ ਪੇਪਰ ਦੇ ਅੰਦਰ ਮਿਲ ਜਾਏਗਾ। ਸਾਇੰਟੀਫਿਕ ਕੈਲਕੂਲੇਟਰ ਤੁਸੀਂ ਯੂਜ਼ ਨਹੀਂ ਕਰ ਸਕਦੇ। ਸੋ ਤੁਸੀਂ ਇਹਨੂੰ ਡਿਗਰੀ ਦੇ ਵਿੱਚ ਕਨਵਰਟ ਕਰਕੇ ਆਉਣਾ। ਮੰਨ ਲਓ ਤੁਸੀਂ ਡਿਗਰੀ ਦੇ ਵਿੱਚ ਇਹਨੂੰ ਕਨਵਰਟ ਨਹੀਂ ਕਰਕੇ ਆਉਂਦੇ ਤਾਂ ਬੱਚੇ ਹਾਫ ਮਾਰਕਸ ਜਿਹੜਾ ਆ ਤੁਹਾਡਾ ਕੱਟ ਹੋ ਜਾਏਗਾ। ਨੈਕਸਟ ਆ ਜਾਓ क्वेश्चन नंबर 10। बच्चे क्वेश्चन नंबर 10 जोड़ा आ वो सेम आ जोड़े आप पिछे मिरर वाले क्वेश्चंस करके हटे हैं। सो एक खुद ट्राई करके देखना। सो बच्चे नेक्स्ट क्वेश्चन देख लो जो इंपॉर्टेंट क्वेश्चन है यंग्स डबल स्लिट एक्सपेरीमेंट। बच्चे इंटरफेरेंस ये रीसेंट टाइम के काफ़ी इंपॉर्टेंट क्वेश्चन आ। सो ये वाले नुमैरिकल तुसी बिल्कुल भी छड्ड के नहीं जाने। इन यंग्स डबल स्लिट एक्सपेरीमेंट द फ्रिंज विर्थ ऑबटेन्ड इज 3.0 mm इन एयर। सो हवा के जो दी फ्रिंज विर्थ आ, फ्रिंज विर्थ मतलब कि बीटा गिवन है। बीटा थानू कितना गिवन है 3 मिलीमीटर। मिलीमीटर मतलब 3 × 10⁻³ मीटर। ठीक है जी, आ चीज़ थानू मतलब कि बीटा जड़ा आ गिवन है। इफ द अपर्चर इज इमर्स्ड इन अ वाटर, अगर इस पूरे सिस्टम ਨੂੰ ਅਸੀਂ ਪਾਣੀ ਦੇ ਵਿੱਚ ਡੋਬ ਦਈਏ ਜਿਹਦਾ ਰਿਫਰੈਕਟਿਵ ਇੰਡੈਕਸ 1/3 ਆ, ਮਤਲਬ ਰਿਫਰੈਕਟਿਵ ਇੰਡੈਕਸ ਮਿਊ ਗਿਵਨ ਹੈ 4/3। what will be the new fringe width? new fringe width मतलब कि बीटा डैश ਜਿਹੜਾ ਬੱਚੇ ਅਸੀਂ फाइंड आउट करना। सो बीटा ਦਾ ਫਾਰਮੂਲਾ ਕੀ ਹੁੰਦਾ लैम्डा d/d। सो बच्चे आ वाला जो फॉर्मूला है याद रखना। हुण बीटा बच्चे थानू गिवन है, बीटा की वैल्यू पुट कर दी 3 × 10⁻³ मीटर लिखने की जरूरत नहीं है। लैम्डा की जगह ते लैम्डा, डी की जगह ते डी, स्मॉल डी की जगह ते स्मॉल डी। हुण उन्होंने क्या वेवलेंथ इन द वाटर, वाटर के विच बच्चे जो असीं उहनूं डोब दिता तो उहदी लैम्डा जिहड़ा चेंज हो जाएगा दैट इज़ लैम्डा डैश। सो बच्चे नूं लिखण दा तरीका की आ, लैम्डा डैश किहदे इक्वल हुंदी आ लैम्डा डिवाइडेड बाय म्यू, जिन्ना उहदा रिफ्रैक्टिव इंडैक्स होएगा। सो उहदी जगह ते असीं की लिख दिता लैम्डा/म्यू। सो बीटा डैश कितना आ गया राजे साडे कोल लैम्डा d/d। सो लैम्डा इत्थे डैश आ जाएगा लैम्डा डैश d/d। सो लैम्डा की वैल्यू बच्चे साडे कोल कितनी आ लैम्डा डिवाइडेड बाय म्यू, d/d की जगह ते SH लिख दिता d/d। क्लियर हो गया जी। सो राजे आ पूरी टर्म, आ वाली पूरी टर्म किहदे इक्वल है बीटा दे इक्वल। सो असीं लिख दिता बीटा डिवाइडेड बाय म्यू। सो बीटा की वैल्यू सानू ऑलरेडी गिवन है। सो बीटा साडे को कितना सी राजे 3 और म्यू की वैल्यू कितनी सी 4/3। 4/3 मतलब 3 नूं उपर ले जाओ। सो कितना आ गया 3 × 3 डिवाइडेड बाय 4, 3 3 9, 9/4 मिलीमीटर। सो मिलीमीटर नूं बच्चे नॉट मिलीमीटर इट्स मीटर, 9.4 मीटर, मीटर ਦੇ ਵਿੱਚ ਅਸੀਂ आंसर निकाल रहे हैं। सो इस तरीके ਨਾਲ ਜਿਹੜਾ ਤੁਹਾਡਾ आंसर आ जाएगा। ठीक है, 3 × 10⁻³ सो बच्चे ਅਸੀਂ 3 पुट किया है, ਇੱਥੇ डायरैक्ट 3 पुट किया मतलब कि मिलीमीटर ਦੇ ਵਿੱਚ ਹੀ ਅਸੀਂ आंसर ਜਿਹੜਾ ਇਹਨੂੰ सॉल्व कर रहे हैं। सो ਤੁਹਾਡਾ मिलीमीटर ਦੇ ਵਿੱਚ आंसर आ जाएगा। अगर पॉइंट्स ਦੇ ਵਿੱਚ ਲਿਖਾਂਗੇ ਤਾਂ 2.25 मिलीमीटर। नैक्सट बच्चे ਦੇ ਨਾਲ ਦਾ ही सेम क्वेश्चन है, मतलब थोड़ा टॉपिक सेम है बट मैथड डिफरेंट है। यंग्स डबल स्लिट एक्सपेरीमेंट फॉर द इंटरफेरेंस इज परफॉर्म्ड विद 2 स्लिट्स। 2 स्लिट्स के विचकारली बच्चे डिस्टेंस दसी हुई आ, मतलब कि जड़ियाँ आ वाली स्लिट्स आ। ठीक है, इदा हुंदा स्क्रीन है, स्क्रीन तो लैके डिस्टेंस तक की जो डिस्टेंस आ दूरी आ उन्होंने कहने कैपिटल डी। आ दोनों स्लिट्स के विचकारली बच्चे जो डिस्टेंस आ स्मॉल डी। हुण स्मॉल डी दो डिस्टेंस स्लिट्स के विचकारली डिस्टेंस मतलब कि स्मॉल डी गिवन है। स्मॉल डी इज इक्वल टू 3 × 10⁻³ मीटर। एंड लाइट वेवलेंथ, लाइट वेवलेंथ मतलब सानू लैम्डा गिवन है। सो दिस इज लैम्डा। लैम्डा नू पहला बच्चे ऑंगस्टॉन तो मीटर च कन्वर्ट करो, साडे को कितना आ जाएगा 6600 × 10⁻10। ठीक है, ये हो जाएगा मीटर दे विच चेंज। स्क्रीन इज 1 मीटर अवे, कैपिटल डी कितना है 1 मीटर अवे फ्रॉम स्लिट। फाइंड आउट द पोजीशन ऑफ अ 4th डार्क फ्रिंज। सो बच्चे डार्क फ्रिंज का फॉर्मूला आ, मतलब असी फॉर्मूला डार्क फ्रिंज वाला लगावांगे दैट इज m+½ लैम्डा d/d। m असी कितना क्या उन्होंने 4th फ्रिंज। सो इहदी जगह ते असी की पुट कर दिता 4। लैम्डा सानू गिवन है
600 इंटू 10⁻⁻10। कैपिटल डी कितना गिवन है 1, असी 1 पुट कर दिता। स्मॉल डी गिवन है पुट कर दिता। बाकी बच्चे कैलकुलेशन आ, कैलकुलेशन सॉल्व करो तो आंसर आ जाएगा। नेक्स्ट क्वेश्चन 21, फर्स्ट क्वेश्चन विच इज़ द मोस्ट इंपॉर्टेंट क्वेश्चन। In Young's double slit experiment, the width of two slits are in the ratio 1:4। ਹੁਣ ਧਿਆਨ ਦੇਖੋ ਬੱਚੇ, ਇਹਨਾਂ ਨੇ ਕਿਹਾ width given ਆ, width मतलब कि W1 over W2 ਜਿਹੜਾ ਸਾਨੂੰ given ਆ 1/4 रेशो ਜਿਹੜੀ ਸਾਨੂੰ given ਆ। find out the ratio of the maxima and minima intensity। maxima ਤੇ minima मतलब कि I maxima divided by I minima ਆ ਜਿਹੜਾ ਆ ਅਸੀਂ फाइंड आउट करना आ इन द इंटरफेरेंस पैटर्न ऑप्टेन, जिन्ना ਉਹਦਾ इंटरफेरेंस पैटर्न ऑप्टेन होएगा। सो आई मैक्सिमा और आई मिनिमा बच्चे ਅਸੀਂ ਕਿੱਦਾਂ फाइंड आउट ਕਰਾਂਗੇ, a प्लस b ਦਾ होल स्केयर a माइनस b ਦਾ होल स्केयर। सो बच्चे ਜਿਹੜੇ ਮੇਰੇ ਸਕੂਲ ਦੇ ਸਟੂਡੈਂਟਸ ਆ ਮੈਂ ਉਹਨਾਂ ਨੂੰ ਕਰਵਾਇਆ ਹੋਇਆ a1 ਮਾਈਨਸ a2 ਦਾ ਸਕੁਅਰ डिवाइडेड बाय a1 प्लस a2 ਦਾ ਸਕੁਅਰ। सो इट्स योर विश, जो थोड़ी क्लास टीचर ने करवाया अगर थोड़ा उदा कंफर्टेबल लगता उस तरीके ना कर लो, अगर थोड़ा एक्यूरेट के अकॉर्डिंगली कंफर्टेबल लगता तो एक्यूरेट के अकॉर्डिंगली कर लो। सो बच्चे सानू इंटेंसिटी का पता I1 I2 जोड़ा कि इक्वल होंदा आ a1 स्केयर डिवाइडेड बाय a2 स्केयर, एंपलीट्यूड का स्केयर। सो एंपलीट्यूड कि इक्वल होंदा विर्थ के इक्वल W1 ओवर W2 के इक्वल है। सो सानू आ वाली चीज़ जी है गिवन है दैट इज़ 1:4। सो 1:4 गिवन है। सो असी इहदी जगह ते डायरैक्ट लिख दिता 1:4। डन, इत्थों आ टर्म निकल गई। सो a1 द होल स्केयर डिवाइडेड बाय a2 द होल स्केयर इज इक्वल्स टू 1/4 या फिर a ओवर b इज इक्वल्स टू 1/4। हुण टेक अंडर रूट ऑन बोथ साइड, दोनों तरफ अंडर रूट लवांगे तो a ओवर b के इक्वल आ जाऊगा 1/2 के इक्वल। ठीक है जी, ਇਹਦਾ मतलब a ਦੀ वैल्यू तुसी 1 पुट कर सकते हैं तो b ਦੀ वैल्यू तुसी 2 पुट कर सकते हैं। क्लीयर हो गया। अगर आ नहीं स्टैप लिखना बच्चे ना लिखो, डायरैक्ट ए की वैल्यू की पुट कर सकते हैं 1 तो बी की वैल्यू की पुट कर सकते हैं 2। सो आई मैक्सिमा और आई मिनिमा की वैल्यू पुट करके देख लें, ए की वैल्यू कितनी है 1, बी की वैल्यू कितनी है 2 द होल स्केयर डिवाइडेड बाय 1 माइनस 2 द होल स्केयर। इत्थे कितना आ गया 3 द होल स्केयर डिवाइडेड बाय -1 द होल स्केयर। 3 3 9 रेशो 1 1 1। सो 9:1 ਜਿਹੜਾ ਤੁਹਾਡਾ फाइनल आंसर आ जाएगा। सेम बच्चे दे नाल दा 22nd क्वेश्चन ऑलमोस्ट सेम आ, डिटो सेम आ बच्चे दे नाल दा। सो खुद ट्राई करके देखना। 23rd क्वेश्चन भी बच्चे दे नाल दा ही क्वेश्चन है और ये इंपॉर्टेंट क्वेश्चन आ, बहुत केयरफुली बच्चे करके देखना। एक बारी समझ के एक अद्धा क्वेश्चन बच्चे अपने हाथ ना जरूर ट्राई करके देखना। जेकर तुसी अपने हाथ दे नाल खुद नहीं ट्राई करके देखोगे तो डेफिनेटली बच्चे न्यूमैरिकल्स थानू कदे भी समझ नहीं लगणगे। जिन्नी बार वीडियोज़ देखोगे या जिन्नी बारी थोड़े क्लास इंचार्ज थानू समझाणगे उन्नी बारी थानू न्यूमैरिकल्स बहुत ईजी लगणगे। जो तुसी खुद ट्राई करोगे तो थानू डिफिकल्ट ही लगणगे। सो नेक्स्ट क्वेश्चन देखो, अ यंग्स डबल स्लिट एक्सपेरिमेंट इफ 2 स्लिट्स स्ट्रेट नैरो प्लेन स्लिट 3 mm 3 mm मतलब mm ਨੂੰ कन्वर्ट कर लो बच्चे मीटर ਦੇ ਵਿੱਚ 3 × 10⁻³ मीटर अपार्ट इन इल्यूशन विद मोनोक्रोमैटिक लाइट ऑफ अ वेवलेंथ। मतलब थानू लैम्डा गिवन है, लैम्डा बच्चे हुण सानू सेंटीमीटर्स दे विच ही गिवन है। सो नो नीड टू कन्वर्ट इट। ठीक है, सेंटीमीटर चा सो इनू दोबारा कन्वर्ट नहीं करना। फ्रिंजिस आर ऑबटेन्ड एट द डिस्टेंस ऑफ 3 मीटर फ्रॉम स्लिट। स्लिट तो इन्नी दूरी ते जड़ी सानू कह लो फ्रिंज की दूरी मिल गई। फाइंड द विर्थ ऑफ फ्रिंजिस मतलब कि असी बीटा जड़ा पता करना। सो सिंपल बच्चे फॉर्मूला लगा दो, बीटा इज इक्वल्स टू लैम्डा डी ओवर डी। हुण तुहानू स्मॉल डी कैपिटल डी लैम्डा सारा कुछ गिवन है, जस्ट वैल्यूज़ पुट करो तो तुहाडा आंसर आ जाएगा। सो बच्चे 2 मार्क्स का न्यूमैरिकल जड़ा तुहाडे एग्जाम के अंदर आ सकता और इंपॉर्टेंट क्वेश्चन है। नैक्सट क्वेश्चन देख लो, अ यंग्स एक्सपेरिमेंट ग्रीन लाइट ऑफ वेवलेंथ। हुण ध्यान दिओ बच्चे लैम्डा गिवन है बट ऑंगस्टॉन दे विच गिवन है। अगर ऑंगस्टॉन दे विच गिवन है तो तुहानू कन्वर्ट करना पएगा मीटर्स दे विच। मीटर दे विच कन्वर्ट करने लई की करना पएगा -10 दे नाल 10⁻⁻10 दे नाल मल्टीप्लाई करना पएगा तो ये मीटर्स दे विच कन्वर्ट हो जाएगा। फ्रॉम अ नैरो स्लिट इज इंसीडेंट ऑन अ डबल स्लिट इफ द ओवरऑल सैपरेशन इज अ 10 फ्रिंजिज ऑन अ स्क्रीन। बच्चे आ चीज़ ध्यान दिओ, जो भी 10 फ्रिंजिज आंदियां बच्चे डायरैक्ट लिख दिंदे आ बीटा इज इक्वल्स टू 10। सानू बीटा 10 नहीं दिता, उन्होंने कहा 10 फ्रिंजिस आ, नंबर ऑफ फ्रिंजिस 10 आ, मतलब कि बीटा मल्टीप्लाई बाय 10 आएगा। ठीक है, सो 10 बीटा के दे इक्वल है 200 सेंटीमीटर दी। सो 200 स्क्रीन 200 सेंटीमीटर अवे इज 2 सेंटीमीटर। 2
ਸੈਂਟੀਮੀਟਰ ਆ, ਸੋ ਇੱਥੇ ਲਿਖ ਦਿੱਤਾ 2 ਸੈਂਟੀਮੀਟਰ। ਇੱਥੋਂ ਬੀਟਾ ਨਿਕਾਲ ਲਿਆ, 2 ਡਿਵਾਈਡਡ ਬਾਈ 10 ਤਾਂ ਕਿੰਨਾ ਆ ਗਿਆ, 2 ਡਿਵਾਈਡਡ ਬਾਈ 10 ਇਜ਼ ਇਕੁਅਲਸ ਟੂ 0.2 ਸੈਂਟੀਮੀਟਰ। ਮੀਟਰ ਨੂੰ ਸੈਂਟੀਮੀਟਰ ਨੂੰ ਮੀਟਰ 'ਚ ਕਨਵਰਟ ਕਰਾਂਗੇ ਤਾਂ 2 ਇੰਟੂ 10⁻³ ਮੀਟਰ। ਹੁਣ ਕੈਪੀਟਲ ਡੀ ਬੱਚੇ ਸਾਨੂੰ ਸਕਰੀਨ ਤੱਕ ਦੀ ਦੂਰੀ ਜਿਹੜੀ ਫਰਿੰਜ ਵਿਰਥ ਜਿੱਥੇ ਵੀ ਬਣ ਰਹੀ ਸਕਰੀਨ ਤੱਕ ਦੀ ਦੂਰੀ ਸਾਨੂੰ 200 ਗਿਵਨ ਹੈ। ਸੋ ਕੈਪੀਟਲ ਡੀ ਕਿੰਨਾ ਆ 200, ਸੈਂਟੀਮੀਟਰ ਨੂੰ ਮੀਟਰ 'ਚ ਕਨਵਰਟ ਕਰ ਦਿੱਤਾ। ਹੁਣ ਬੱਚੇ ਬੀਟਾ ਲੈਮਡਾ ਸਭ ਕੁਝ ਤੁਹਾਨੂੰ ਗਿਵਨ ਹੈ, ਸਮਾਲ ਡੀ ਅਸੀਂ ਪਤਾ ਕਰਨਾ, ਜਸਟ ਵੈਲਿਊਜ਼ ਪੁੱਟ ਕਰੋ ਤੇ ਇਹਨੂੰ ਸੋਲਵ ਕਰਕੇ ਦੇਖ ਲਓ। ਕੁਐਸਚਨ ਨੰਬਰ 28 ਤਾਂ ਬੱਚੇ ਆਲਮੋਸਟ ਸੇਮ ਆ, ਸੋ ਵੀਡੀਓ ਨੂੰ ਪੌਜ਼ ਕਰੋ, ਖੁਦ ਟਰਾਈ ਕਰਕੇ ਦੇਖੋ। ਈਜ਼ੀ ਕੁਐਸਚਨ ਆ ਰਾਜੇ, ਈਜ਼ੀਲੀ ਹੋ ਜਾਏਗਾ। 29th ਜਿਹੜਾ ਆ ਉਹ ਬ੍ਰਾਈਟ ਫਰਿੰਜਿਸ ਔਰ ਡਾਰਕ ਫਰਿੰਜਿਸ ਵਾਲਾ ਕੁਐਸਚਨਸ ਹੈ। ਸੋ ਬੱਚੇ ਇਹ ਵੀ ਕੁਐਸਚਨ ਈਜ਼ੀਲੀ ਹੋ ਜਾਏਗਾ, ਸੋ ਇਹ ਵੀ ਕੁਐਸਚਨ ਤੁਸੀਂ ਖੁਦ ਟਰਾਈ ਕਰਕੇ ਦੇਖੋ। ਦੈਨ ਕੁਐਸਚਨ ਨੰਬਰ 30। ਸੋ ਬੱਚੇ ਇੱਕ ਵਾਰੀ ਮੈਂ ਕੁਐਸਚਨ ਸਮਝਾ ਦਿੱਤਾ, ਅਗਰ ਕਿਸੇ ਵੀ ਕੁਐਸਚਨ 'ਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜਾਂ ਫਿਰ ਟੈਲੀਗ੍ਰਾਮ ਚੈਨਲ ਦੇ ਉੱਪਰ ਪੁੱਛ ਲੈਣਾ। ਸੋ ਬਾਕੀ ਬੱਚੇ ਤੁਹਾਡੇ ਨੂਮੈਰੀਕਲਸ ਦੇ ਪ੍ਰੈਕਟਿਸ ਦੇ ਲਈ ਨੂਮੈਰੀਕਲਸ ਦਿੱਤੇ ਗਏ ਆ, ਸੋ ਸੋਲਵ ਕਰਕੇ ਦੇਖ ਲਓ। ਜਦੋਂ ਤੱਕ ਨੂਮੈਰੀਕਲ ਖੁਦ ਟਰਾਈ ਨਹੀਂ ਕਰੋਗੇ ਬੱਚੇ, ਬਾਰ-ਬਾਰ ਕਹਿ ਰਹੀ ਹਾਂ ਤੁਹਾਨੂੰ, ਕਦੇ ਵੀ ਨੂਮੈਰੀਕਲਸ ਨਹੀਂ ਆਉਣਗੇ, ਠੀਕ ਹੈ। ਆ ਵੀ ਬੱਚੇ ਨੈਕਸਟ ਵੀ 10 ਫਰਿੰਜਿਸ ਵਾਲਾ ਕੁਐਸਚਨ ਆ ਗਿਆ ਔਰ ਇਹ ਇੰਪੋਰਟੈਂਟ ਕੁਐਸਚਨ ਆ ਰੀਸੈਂਟ ਟਾਈਮ ਦੇ ਵਿੱਚ ਬੱਚੇ, ਇਹ ਇੰਪੋਰਟੈਂਟ ਕੁਐਸਚਨ ਹੈ। ਸੋ ਬਹੁਤ ਕੇਅਰਫੁਲੀ ਜਿਹੜੇ ਆ ਨੂਮੈਰੀਕਲਸ ਟਰਾਈ ਕਰਕੇ ਦੇਖ ਲਓ, ਠੀਕ ਹੈ। ਨੈਕਸਟ ਕੁਐਸਚਨ ਬੱਚੇ, ਨੈਕਸਟ ਕੁਐਸਚਨ ਆ ਗਿਆ ਤੁਹਾਡਾ ਨੀਡਲ ਵਾਲਾ, ਮਿਰਰ ਵਾਲਾ ਹੀ ਹੈ। ਸੋ ਅਸੀਂ ਸਟਾਰਟਿੰਗ ਦੇ ਵਿੱਚ ਬੱਚੇ ਮਿਰਰ ਫਾਰਮੂਲੇਸ ਕੀਤੇ ਸੀ, ਸੋ ਉਹਦੇ ਨਾਲ ਦਾ ਹੀ ਕੁਐਸਚਨ ਹੈ। ਸੋ ਇਹ ਆਲਰੇਡੀ ਮੈਥਡ ਕਰ ਚੁੱਕੇ ਹਾਂ, ਸੋ ਇਹਨੂੰ ਟਰਾਈ ਕਰਕੇ ਇਹ ਵੀ ਜਿਹੜੇ ਨੂਮੈਰੀਕਲਸ ਹੈ ਖੁਦ ਟਰਾਈ ਕਰਕੇ ਦੇਖ ਲੈਣਾ, ਠੀਕ ਹੈ। ਸੋ ਵਰਚੁਅਲ ਇਮੇਜ, ਸੋ ਰੀਸੈਂਟ ਟਾਈਮ ਦੇ ਵਿੱਚ ਬੱਚੇ ਮਿਰਰ ਫਾਰਮੂਲਾ 1-2 ਸਾਲ ਤੋਂ ਮਿਰਰ ਫਾਰਮੂਲਾਸ ਥੋੜ੍ਹੇ ਜਿਹੇ ਘੱਟ ਆ ਰਿਹਾ। ਸੋ ਬੱਚੇ ਇਹ ਵਾਲੇ ਕੁਐਸਚਨ ਕਰਨ ਤੋਂ ਬਾਅਦ ਹੁਣ ਜੋ ਅਸੀਂ ਨੈਕਸਟ ਕਰਨ ਜਾ ਰਹੇ ਹਾਂ ਪਾਵਰ ਵਾਲੇ ਕੁਐਸਚਨਸ, ਬੱਚੇ ਇੰਪੋਰਟੈਂਟ ਹੈ। 2 ਮਾਰਕਸ ਦੇ ਕੁਐਸਚਨ ਜਿਹੜੇ ਆ ਰੀਸੈਂਟ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਆ ਰਹੇ ਹੈ। If 2 lenses of power +15 diopter and -5 diopter are in contact with each other, ਬੱਚੇ ਅਗਰ ਤਾਂ ਤੁਹਾਨੂੰ ਡਾਇਰੈਕਟ ਗਿਵਨ ਹੈ ਕਿ -15 ਹੈ +5 ਹੈ ਜਾਂ ਕੁਝ ਵੀ ਆ, ਸਮਟਾਈਮ ਇੱਥੇ ਜਿਹੜੀ ਆ ਲਿਖਿਆ ਜਾਂਦਾ ਆ ਕਿ 15 diopter for a convex lens and 5 diopter for a concave lens। ਸੋ ਅਗਰ ਕਨਵੈਕਸ ਕਨਕੇਵ ਦੀ ਫਾਰਮ ਦੇ ਵਿੱਚ ਆਉਂਦਾ ਤਾਂ ਧਿਆਨ ਰੱਖਣਾ ਆ ਬੱਚੇ, ਲੈਂਸ ਔਰ ਮਿਰਰ, ਲੈਂਸ ਦੇ ਲਈ ਜੋ ਪਾਵਰਸ ਹੈ ਉਹ ਅਲੱਗ-ਅਲੱਗ ਹੈ, ਠੀਕ ਹੈ, ਫॉर द ਫੋਕਲ ਲੈਂਥ ਆਫ ਦ ਕੰਬੀਨੇਸ਼ਨ। ਸੋ P1 P2 ਬੱਚੇ ਸਾਨੂੰ ਦੋਨੋਂ ਗਿਵਨ ਹੈ। ਸੋ ਪਾਵਰ ਦਾ ਫਾਰਮੂਲਾ ਕੀ ਹੁੰਦਾ, P1 + P2, P1 ਕਿੰਨਾ 15, P2 ਕਿੰਨਾ ਆ -5, ਸੋ ਸਾਡੇ ਕੋਲ ਆ ਗਿਆ -10 ਡਾਇਓਪਟਰ। ਉਹਨਾਂ ਨੇ ਕਿਹਾ ਫਾਈਂਡ ਦ ਫੋਕਲ ਲੈਂਥ, ਫੋਕਲ ਲੈਂਥ ਮਤਲਬ ਬੱਚੇ F ਪਤਾ ਕਰਨੀ ਆ। ਸੋ PK ਦੀ ਇਕੁਅਲ ਹੁੰਦੀ ਆ 1/F, ਕਾਹਦੇ ਵਿੱਚ, ਮੀਟਰਸ ਦੇ ਵਿੱਚ। ਸੋ 1/F ਮਤਲਬ ਕਿ ਬੱਚੇ F ਦੀ ਵੈਲਿਊ ਅਸੀਂ ਪਤਾ ਕਰਨੀ ਹੈ ਤਾਂ 1/P, PK ਦਾ ਆਇਆ ਸਾਡੇ ਕੋਲ 10 ਡਾਇਓਪਟਰ, ਸੋ ਆ ਗਿਆ 0.1 ਮੀਟਰ, ਮਤਲਬ ਕਿ ਮੀਟਰਸ ਦੇ ਵਿੱਚ ਆਨਸਰ ਆ ਗਿਆ ਸਾਡਾ 0.1 ਮੀਟਰ। ਕਲੀਅਰ ਹੋ ਗਿਆ। ਕਈ ਵਾਰੀ ਬੱਚੇ ਇੱਥੇ ਸਾਨੂੰ ਫੋਕਸ ਆ ਜਾਂਦੇ ਆ ਕਿ ਫੋਕਸ ਆ 40 ਸੈਂਟੀਮੀਟਰ, ਸੈਕਿੰਡ ਜਿਹੜੀ ਆ 30 ਸੈਂਟੀਮੀਟਰ, ਫਾਈਂਡ ਦਾ ਟੋਟਲ ਫੋਕਲ ਲੈਂਥ ਜਾਂ ਕੰਬਾਈਨਡ ਫੋਕਲ ਲੈਂਥ। ਬੱਚੇ ਕੀ ਕਰਦੇ ਆ, F = F1 + F2। ਸੋ ਬੱਚੇ ਧਿਆਨ ਰੱਖਣਾ ਇਹ ਫਾਰਮੂਲਾ ਗਲਤ ਆ, 1/F = 1/F1 + F2 ਅਸੀਂ ਕਰ ਸਕਦੇ ਹਾਂ, ਇਹ ਫਾਰਮੂਲਾ ਆ, ਠੀਕ ਹੈ। ਅਗਰ ਪਾਵਰ ਆਈ ਆ ਅਸੀਂ ਡਾਇਰੈਕਟ ਐਡ ਕਰ ਸਕਦੇ ਹਾਂ, P = P1 + P2। ਅਗਰ ਫੋਕਲ ਲੈਂਥ ਆ ਜਾਵੇ ਤਾਂ 1/F = 1/F1 + 1/F2। ਸੋ ਇਸ ਫਾਰਮੂਲੇ ਨੂੰ ਵੀ ਪਲੀਜ਼ ਆਪਣੀ ਕਾਪੀ ਦੇ ਸਾਈਡ 'ਤੇ ਲਿਖ ਲਓ ਤਾਂ ਕਿ ਆਪਾਂ ਨੂੰ ਪੇਪਰ ਦੇ ਅੰਦਰ ਕੋਈ ਕਨਫਿਊਜ਼ਨ ਨਾ ਹੋਵੇ। ਨੈਕਸਟ ਆ ਜਾਓ, ਅ ਗਲਾਸ ਆਫ ਰਿਫਰੈਕਟਿਵ ਇੰਡੈਕਸ 1.5, ਕਨਵੈਕਸ ਲੈਂਸ ਆਫ ਫੋਕਲ ਲੈਂਥ, ਫੋਕਲ ਲੈਂਥ ਉਹਦੀ ਕਿੰਨੀ ਆ 40 ਸੈਂਟੀਮੀਟਰ। ਹੁਣ ਜਦੋਂ ਬੱਚੇ ਰਿਫਰੈਕਟਿਵ ਇੰਡੈਕਸ ਵਗੈਰਾ ਦੀ ਗੱਲ ਆ ਜਾਂਦੀ ਆ ਨਾ, ਤਾਂ ਫੋਕਲ ਲੈਂਥ ਨੂੰ ਪੋਜ਼ੀਟਿਵ ਨੈਗੇਟਿਵ ਅਸੀਂ ਦੇਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਲੈਂਸ ਮੇਕਰ ਫਾਰਮੂਲੇ ਦਾ ਕੁਐਸਚਨ ਆ ਜਾਂਦਾ ਹੈ। ਇਸ ਪਲੇਸਡ ਇਨ ਅ ਵਾਟਰ, ਪਾਣੀ ਦੀ ਰਿਫਰੈਕਟਿਵ ਇੰਡੈਕਸ 1.3 ਆ, ਵਾਟ ਵਿਲ ਬੀ ਇਟਸ ਨਿਊ ਫੋਕਲ ਲੈਂਥ, ਨਵੀਂ ਫੋਕਲ ਲੈਂਥ ਪਤਾ ਕਰੋ ਕਿੰਨੀ ਆ। ਧਿਆਨ ਨਾਲ ਕੁਐਸਚਨ ਸਮਝੋ ਕੀ ਆ। ਆ ਤੁਹਾਡੇ ਕੋਲ ਇੱਕ ਲੈਂਸ ਆ, ਹਵਾ ਦੇ ਵਿੱਚ ਪਿਆ ਔਰ ਇਹਦਾ ਰਿਫਰੈਕਟਿਵ ਇੰਡੈਕਸ ਕਿੰਨਾ ਆ 1.5। ਹੁਣ ਅਸੀਂ ਕੀ ਕੀਤਾ, ਗਲਾਸ ਦਾ ਪਾਣੀ ਨਾਲ ਭਰਿਆ ਹੋਇਆ ਇੱਕ ਜਾਰ ਲੈ ਲਿਆ ਅਸੀਂ, ਲੈਂਸ ਉਹਦੇ ਵਿੱਚ ਰੱਖ ਦਿੱਤਾ। ਹੁਣ ਜਿਹੜੀ ਇਹਦੇ ਰਿਫਰੈਕਟਿਵ ਇੰਡੈਕਸ ਜਿਹੜਾ ਪਾਣੀ ਦਾ ਉਹ ਕਿੰਨਾ 1.5 ਤੇ ਹਵਾ ਗਲਾਸ ਦਾ ਕਿੰਨਾ 1.5 ਤੇ ਵਾਟਰ ਦਾ ਕਿੰਨਾ 1.3। ਹੁਣ ਹਵਾ ਤੋਂ ਜਦੋਂ ਬੱਚੇ ਅਸੀਂ ਪਾਣੀ ਦੇ ਵਿੱਚ ਰੱਖਿਆ ਤਾਂ ਇਹਦੀ ਫੋਕਲ ਲੈਂਥ F ਦੇ ਵਿੱਚ ਕੀ ਫਰਕ ਪਿਆ ਉਹ ਅਸੀਂ ਜਿਹੜਾ ਆ ਫਾਈਂਡ ਆਊਟ ਕਰਨਾ। ਹਵਾ ਦੇ ਵਿੱਚ ਇਹਦੀ ਫੋਕਲ ਲੈਂਥ ਕਿੰਨੀ ਸੀ 40 ਸੈਂਟੀਮੀਟਰ, ਹੁਣ ਅਸੀਂ ਪਾਣੀ ਦੇ ਵਿੱਚ ਪਤਾ ਕਰਨੀ ਹੈ ਇਹਦੀ ਫੋਕਲ ਲੈਂਥ ਕਿੰਨੀ ਹੋਏਗੀ। ਸੋ ਬੱਚੇ ਲੈਂਸ ਮੇਕਰ ਫਾਰਮੂਲਾ ਜਿਹੜਾ ਅਸੀਂ ਯੂਜ਼ ਕਰਾਂਗੇ 1/F = μ - 1, ਤੁਸੀਂ ਡਾਇਰੈਕਟ ਵੀ ਲਿਖ ਸਕਦੇ ਆ
ਅਗਰ ਤੁਹਾਨੂੰ ag ਵਿੱਚ ਪ੍ਰੋਬਲਮ ਹੁੰਦੀ ਹੈ ਲਿਖਣ ਦੇ ਵਿੱਚ ਤੁਸੀਂ ਡਾਇਰੈਕਟ ਲਿਖ ਸਕਦੇ ਆ μ - 1 = 1/r1 - 1/r2। ਸੋ ਬੱਚੇ μ ਸਾਨੂੰ ਕਿੰਨੀ ਗਿਵਨ ਹੈ 1.5। ਸੋ 1.5 ਚੋਂ 1 ਮਾਈਨਸ ਕੀਤਾ ਸਾਡੇ ਕੋਲ ਕਿੰਨਾ ਆ ਗਿਆ 1/40 = 0.5 1/r1 - 1/r2 ਐਸ ਸੱਚ ਲਿਖ ਦਿੱਤੀਆਂ ਟਰਮਸ ਨੂੰ। ਸੋ ਇਹਨੂੰ ਸੋਲਵ ਕੀਤਾ ਤਾਂ ਬੱਚੇ ਆ ਪੂਰੀ 1/r1 - 1/r2 ਦਾ ਆਂਸਰ ਕਿੰਨਾ ਆ ਗਿਆ 1/20। ਹੁਣ ਜਦੋਂ ਸੈਕੰਡ ਕੇਸ ਲਿੱਤਾ ਇੱਥੇ ਲਿਖ ਲਓ ਤੁਸੀਂ ਸੈਕੰਡ ਕੇਸ ਵੈਨ ਲੈਂਸ ਇਜ਼ ਇਮਰਜਡ ਇਨ ਅ ਵਾਟਰ ਪਾਣੀ ਦੇ ਵਿੱਚ ਕੀਤਾ ਤਾਂ ਇੱਥੇ ਸਿੰਪਲ ਲਿਖ ਦਿਓ μg ਗਲਾਸ ਦਾ ਜੋ ਰਿਫਰੈਕਟਿਵ ਇੰਡੈਕਸ ਉਹ ਕਿੰਨਾ ਹੋਏਗਾ। ਹਵਾ ਦੇ ਵਿੱਚ ਕਿੰਨਾ ਸੀ 1.5 ਔਰ ਪਾਣੀ ਦੇ ਵਿੱਚ ਕਿੰਨਾ 1.3। ਜਿੱਥੋਂ ਲਿਆ ਕੇ ਬੱਚੇ ਜਿੱਥੇ ਵਿੱਚ ਡੋਬਿਆ ਤਾਂ ਪਹਿਲਾਂ ਹਵਾ ਦੇ ਵਿੱਚ ਸੀ ਤਾਂ 1.5 ਉੱਪਰ ਆਏਗਾ, ਬਾਅਦ ਵਿੱਚ ਡੋਬਿਆ ਪਾਣੀ ਦੇ ਵਿੱਚ ਤਾਂ 1.3 ਪੈਰ ਵਿੱਚ ਆਏਗਾ। ਮੰਨ ਲਓ ਗਲਾਸ ਪਹਿਲਾਂ ਪਾਣੀ ਵਿੱਚ ਸੀ ਫਿਰ ਅਸੀਂ ਹਵਾ 'ਚ ਲਿਆਂਦਾ ਫਿਰ ਕਿੱਦਾਂ ਆਉਣਾ ਸੀ 1.33 ਡਿਵਾਈਡਡ ਬਾਈ 1.5। ਆਹ ਚੀਜ਼ ਧਿਆਨ ਨਾਲ ਸਮਝ ਲਓ ਰਾਜੇ। ਜਿਹੜਾ ਪਹਿਲਾ ਮੀਡੀਅਮ ਆ ਜਿੱਥੇ ਤੁਹਾਡਾ ਗਲਾਸ ਰਿਫਰੈਕਟਿਵ ਇੰਡੈਕਸ ਜਿੱਥੇ ਪਹਿਲਾਂ ਪਿਆ ਆ ਗਲਾਸ ਉਹ ਉੱਪਰ ਲਿਖਣਾ ਹੁੰਦਾ। ਪਹਿਲਾਂ ਹਵਾ 'ਚ ਪਿਆ ਸੀ ਤਾਂ ਹਵਾ ਵਾਲਾ ਉੱਪਰ ਲਿਖ ਦਿੱਤਾ। ਸੋ ਬਾਅਦ ਵਿੱਚ ਜਿਹੜਾ ਉਹਨੂੰ ਪਾਣੀ ਵਿੱਚ ਡੋਬਿਆ ਕੱਚ ਡੋਬਿਆ ਪਾਣੀ 'ਚ ਪਾਣੀ ਦਾ ਰਿਫਰੈਕਟਿਵ ਇੰਡੈਕਸ ਕਿੰਨਾ ਆ 1.33। ਠੀਕ ਹੈ ਜੀ। ਸੋ ਕਿੰਨਾ ਆਏਗਾ 1.5 ਡਿਵਾਈਡ ਬਾਈ 1.33 ਮਾਈਨਸ 1। ਸੋ ਇਹਨੂੰ ਬੱਚੇ ਕੈਲਕੂਲੇਸ਼ਨ ਨੂੰ ਸੋਲਵ ਕਰੋ। ਇੱਥੋਂ ਤੁਹਾਡੀ ਫੋਕਲ ਲੈਂਥ ਆ ਜਾਏਗੀ 130 ਸੈਂਟੀਮੀਟਰ। ਇਹਦਾ ਮਤਲਬ ਫੋਕਲ ਲੈਂਥ ਕਿੰਨੀ ਚੇਂਜ ਹੋਈ। ਪਹਿਲਾਂ ਬੱਚੇ ਫੋਕਲ ਲੈਂਥ ਕਿੰਨੀ ਸੀ ਤੁਹਾਡੀ 40 ਸੈਂਟੀਮੀਟਰ। ਪਹਿਲਾਂ ਕਿੰਨੀ ਸੀ 40। ਹੁਣ ਫੋਕਲ ਲੈਂਥ ਕਿੰਨੀ ਆ 130। ਸੋ 130 ਦੇ ਵਿੱਚੋਂ 40 ਮਾਈਨਸ ਕਰ ਦਿਓ ਤਾਂ 90 ਮਤਲਬ ਚੇਂਜ ਇਨ ਫੋਕਲ ਲੈਂਥ ਕਿੰਨਾ ਆ 90। ਸੋ 40th ਕੁਐਸਚਨ ਬੱਚੇ ਲੈਂਸ ਦਾ ਹੀ ਕੁਐਸਚਨ ਹੈ। ਸੋ ਤੁਸੀਂ ਇਹ ਵੀ ਕਰ ਸਕਦੇ ਆ। 43 ਬੱਚੇ ਕੁਐਸਚਨ ਇਸ ਤਰ੍ਹਾਂ ਦਾ ਹੀ ਕੁਐਸਚਨ ਰੀਸੈਂਟਲੀ ਇੱਕ ਸੈਂਪਲ ਪੇਪਰ ਦੇ ਵਿੱਚ ਆਇਆ ਆ। ਸੋ ਬੱਚੇ ਤੁਹਾਨੂੰ ਕਿੱਥੋਂ ਕਿਹੜੇ ਮੀਡੀਅਮ ਤੋਂ ਕਿਹੜੇ ਮੀਡੀਅਮ ਦੇ ਵਿੱਚ ਜਿਹੜੀ ਰੇ ਆਫ ਲਾਈਟ ਗਈ ਆ ਤੁਹਾਨੂੰ ਜਿਹੜੇ ਲੈਂਸ ਮੇਕਰ ਸਫੈਰੀਕਲ ਮਿਰਰ ਦੇ ਵਿੱਚ 6 ਫਾਰਮੂਲੇਜ਼ ਆ 6ਾਂ ਦੇ ਵਿੱਚੋਂ ਆਲਮੋਸਟ ਸਾਰੇ ਮੈਚ ਕਰਦੇ ਆ। ਸੋ ਫਾਰਮੂਲੇਜ਼ ਲਰਨ ਹੋਣੀ ਚਾਹੀਦੀ ਹੈ ਦੈਨ ਵੈਲਿਊਜ਼ ਪੁੱਟ ਕਰੋ ਤਾਂ ਆਂਸਰ ਆ ਜਾਏਗਾ। ਨੈਕਸਟ ਆ 2 lenses of power 4 diopter ਤੇ -4 diopter ਆਰ ਕੰਬਾਈਨ। ਪਾਵਰ ਕੰਬਾਈਨ ਹੋ ਗਈ ਮਤਲਬ ਕਿ 14 ਚੋਂ 4 ਘਟਾਤੇ -10 diopter। ਪਾਵਰ ਸਾਨੂੰ ਪਤਾ ਇੱਥੋਂ ਫੋਕਲ ਨਿਕਾਲ ਲਈ 1/p ਕਰਕੇ। ਸੋ ਸਾਡੇ ਕੋਲ ਬੱਚੇ ਫੋਕਲ ਆ ਜਾਏਗੀ -0.1 ਮੀਟਰ। ਹੁਣ ਸਾਈਜ਼ ਕਿੰਨਾ ਆ 2 ਸੈਂਟੀਮੀਟਰ। ਦੈਨ ਪਲੇਸ ਕੀਤਾ ਗਿਆ ਯੂ ਦੀ ਵੈਲਿਊ ਕਿੰਨੀ ਆ -30 ਸੈਂਟੀਮੀਟਰ ਔਰ 2 ਸੈਂਟੀਮੀਟਰ ਸਾਈਜ਼ ਮਤਲਬ ਕਿ ਆਬਜੈਕਟ ਦਾ ਸਾਈਜ਼ H1 ਕਿੰਨਾ ਆ ਤੁਹਾਡੇ ਕੋਲ ਜਾਂ ਆਬਜੈਕਟ ਕਿੰਨਾ ਆ 2 ਸੈਂਟੀਮੀਟਰ। ਫਾਈਂਡ ਦਾ ਪੋਜੀਸ਼ਨ ਮਤਲਬ V ਪਤਾ ਕਰੋ, ਨੇਚਰ ਪਤਾ ਕਰੋ ਤੇ ਸਾਈਜ਼ ਆਫ ਇਮੇਜ ਪਤਾ ਕਰੋ। ਸੋ ਜਸਟ ਬੱਚੇ ਵੈਲਿਊਜ਼ ਹੀ ਪੁੱਟ ਕਰਨੀਆਂ ਉਸ ਤੋਂ ਬਾਅਦ। ਠੀਕ ਹੈ ਸੋਲਵ ਕਰੋ ਤੇ ਆਂਸਰ ਆ ਜਾਏਗਾ। ਡਨ। ਸੋ ਸਿਮਿਲਰਲੀ ਬੱਚੇ ਨੈਕਸਟ ਕੁਐਸਚਨ ਦੇਖੋ। A spherical refracting surface of a denser medium mu is equals to 1.5 is placed in a rarer medium 1.3 for any object light is in a rarer medium at 20 centimeter from a surface the virtual image is formed at 60 centimeter। virtual image मतलब V ਤੁਹਾਡੀ ਆ 60 ਦੇ ਬਣੀ ਆ -60 ਦੇ ਵਿੱਚ ਜਾਏਗੀ। find out the radius of curvature मतलब ਤੁਸੀਂ R ਪਤਾ ਕਰਨਾ। ਸੋ ਜਿਹੜੇ ਵੀਕ ਸਟੂਡੈਂਟ ਆ ਜਿਹਨਾਂ ਨੂੰ ਨੂਮੈਰੀਕਲਸ ਦੇ ਵਿੱਚ ਕੋਈ ਇੰਟਰਸਟ ਨਹੀਂ ਆ ਉਹ ਆਹ ਵਾਲੇ ਨੂਮੈਰੀਕਲ ਜਿਹੜਾ ਸਕਿਪ ਕਰਕੇ ਜਾ ਸਕਦੇ ਆ। ਸੋ μ1 ਬੱਚੇ ਸਾਨੂੰ ਕਿੰਨਾ ਗਿਵਨ ਆ 1.3। ਯੂ ਦੀ ਵੈਲਿਊ ਕਿੰਨੀ ਗਿਵਨ ਹੈ 20। ਸਾਰੀਆਂ ਬੱਚੇ ਟਰਮਸ ਤੁਹਾਨੂੰ ਗਿਵਨ ਆ ਸਿਰਫ ਆਰ ਦੀ ਵੈਲਿਊ ਅਸੀਂ ਸੋਲਵ ਕਰਨੀ ਬਾਕੀ ਕੈਲਕੂਲੇਸ਼ਨ ਆ। ਕੈਲਕੂਲੇਸ਼ਨ ਤੁਹਾਡੇ ਹੱਥ ਵਿੱਚ ਆ। ਸੋ ਬੱਚੇ ਕੈਲਕੂਲੇਟ ਕਰਕੇ ਸਾਡੇ ਕੋਲ 5 ਸੈਂਟੀਮੀਟਰ ਜਿਹੜਾ ਆਂਸਰ ਆ ਜਾਏਗਾ। ਸੋ ਨੈਕਸਟ ਕੁਐਸਚਨ ਬੱਚੇ ਇੰਪੋਰਟੈਂਟ ਕੁਐਸਚਨ ਹੈ। ਆਲਰੇਡੀ ਅਸੀਂ ਇੱਦਾਂ ਦੇ ਕੁਐਸਚਨ ਡਿਸਕਸ ਕਰ ਚੁੱਕੇ ਹਾਂ। ਸੋ ਇਹਨੂੰ ਵੀ ਸੋਲਵ ਕਰਕੇ ਦੇਖ ਲੈਣਾ। ਠੀਕ ਹੈ। ਨੈਕਸਟ ਆ ਡਬਲ ਕਨਵੈਕਸ ਲੈਂਸ ਆਫ ਫੋਕਲ ਲੈਂਥ 30 ਸੈਂਟੀਮੀਟਰ ਇਜ਼ ਡਿਵਾਈਡਡ ਇਨਟੂ ਦ 2 ਇਕੁਅਲ ਹਾਫ ਇਨ ਥਿਕਨੈਸ। 2 ਇਕੁਅਲ ਹਾਫ ਦੇ ਵਿੱਚ ਜਿਹੜਾ ਕੱਟ ਦਿੱਤਾ ਗਿਆ ਫਾਈਂਡ ਦ ਫੋਕਲ ਲੈਂਥ। ਬੱਚੇ ਇੱਦਾਂ ਦਾ ਕੁਐਸਚਨ ਤੁਹਾਡੇ ਸੈਂਪਲ ਪੇਪਰ ਦੇ ਵਿੱਚ ਆਇਆ ਹੋਇਆ ਆ। ਅਦਰਵਾਈਜ਼ ਬੱਚੇ ਪੰਜਾਬ ਬੋਰਡ ਦੇ ਅਕੋਰਡਿੰਗਲੀ ਇਹ ਕੁਐਸਚਨ ਲੈਸ ਇੰਪੋਰਟੈਂਟ ਆ ਬਟ ਜਿਹੜੇ ਰੀਸੈਂਟਲੀ ਸੈਂਪਲ ਪੇਪਰ ਆ ਰਹੇ ਆ ਤੁਹਾਡੇ ਪੰਜਾਬ ਬੋਰਡ ਵੱਲੋਂ ਆਫੀਸ਼ੀਅਲ ਜਿਹੜੇ ਆ ਲਾਂਚ ਕੀਤੇ ਜਾ ਰਹੇ ਆ ਉਹਨਾਂ ਦੇ ਵਿੱਚ ਇੱਦਾਂ ਦੇ ਨੂਮੈਰੀਕਲਸ ਹੈ। ਸੋ ਇੱਦਾਂ ਦੇ ਨੂਮੈਰੀਕਲ ਜ਼ਰੂਰ ਕਰਕੇ ਜਾਣਾ। ਅ ਡਬਲ ਕਨਵੈਕਸ ਲੈਂਸ ਆਫ ਫੋਕਲ ਲੈਂਥ 30 ਸੈਂਟੀਮੀਟਰ। ਫੋਕਲ ਲੈਂਥ ਮਤਲਬ ਐਫ ਕਿੰਨੀ ਆ 30 ਸੈਂਟੀਮੀਟਰ ਹੈ। ਕਨਵੈਕਸ ਆ ਤਾਂ ਪੋਜ਼ੀਟਿਵ ਦਾ ਹੋਏਗਾ। ਡਿਵਾਈਡ ਕਰ ਦਿੱਤਾ ਗਿਆ 2 ਇਕੁਅਲ ਪਾਰਟਸ ਦੇ ਵਿੱਚ ਮਤਲਬ ਜਦੋਂ ਬੱਚੇ ਕਨਵੈਕਸ ਲੈਂਸ ਆਏਗਾ ਤਾਂ R1 ਹਮੇਸ਼ਾ ਹੀ ਪੋਜ਼ੀਟਿਵ ਹੁੰਦਾ ਤੇ R2 ਹਮੇਸ਼ਾ ਨੈਗੇਟਿਵ ਹੁੰਦਾ। ਆਹ ਚੀਜ਼ ਬੱਚੇ ਲਿਖ ਲਓ। ਆਹ ਚੀਜ਼ ਲਿਖ ਲਓ। ਜੇ ਇਹਦੀ ਜਗ੍ਹਾ ਤੇ ਕਨਕੇਵ ਲੈਂਸ ਹੁੰਦਾ ਤਾਂ ਉਲਟਾ ਹੋਣਾ ਸੀ R1 ਹਮੇਸ਼ਾ ਨੈਗੇਟਿਵ ਹੁੰਦਾ ਤੇ R2 ਹਮੇਸ਼ਾ ਪੋਜ਼ੀਟਿਵ ਹੁੰਦਾ ਆ। ਲਿਖ ਲਓ ਰਾਜੀ ਆਹ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਚੀਜ਼ਾਂ। ਸੋ ਆਹ ਅਸੀਂ ਲਿਖ ਦਿੱਤੀ। ਦੈਨ ਫੋਕਲ ਲੈਂਥ ਸਾਨੂੰ ਪਤਾ ਆ ਜਸਟ ਵੈਲਿਊਜ਼ ਪੁੱਟ ਕਰੋ ਤਾਂ ਜਿਹੜਾ ਤੁਹਾਡੀ ਆਂਸਰ ਆ ਜਾਏਗਾ। ਠੀਕ ਹੈ। ਸੈਕਿੰਡ ਹਾਫ ਦੇ ਵਿੱਚ ਅਗਰ ਅਸੀਂ ਪਲੇਨੋ ਕਨਵੈਕਸ ਲੈਂਦੇ ਹਾਂ ਤਾਂ R1 ਦੀ ਜਗ੍ਹਾ ਤੇ ਕੀ ਆ ਜਾਏਗਾ R ਤੇ R2 ਦੀ ਜਗ੍ਹਾ ਤੇ ਕੀ ਆ ਜਾਏਗਾ ਇਨਫਿਨਿਟੀ।
सो इसकी जगह तो इन्फिनिटी पुट करके जोड़ा इनू सॉल्व करके देख लो राजे, तुहाडा आंसर आ जाएगा 60 सेंटीमीटर। सेम टू सेम 48th क्वेश्चन भी बच्चे ये नाल दा ही आ। ठीक है, आंसर तुहानू गिवन है, सो ट्राई करके देख लेना। 49th बच्चे मिरर का क्वेश्चन, लेंस का क्वेश्चन है। A 2 centimeter long needle is placed vertically at an distance 48 centimeter in front of a double convex lens. Height given है, मतलब O given है 2 centimeter, then जी distance given है U की वैल्यू -48 centimeter, refractive index given है, mu given है राजे, of radius of curvature as 20 and 30, मतलब कि R1 की वैल्यू कितनी है थानू 20 सेंटीमीटर। बच्चे कन्वैक्स आ, इत्थे ध्यान ना देख लो, तुहाडे को कन्वैक्स लेंस आ, R1 ऑलवेज की हुंदा पॉजिटिव ते R2 हमेशा की हुंदा नैगेटिव। सो आ कितना होएगा -30 सेंटीमीटर। क्लीयर हो गया राजे, आ चीज़ां लिख लो, नहीं तो बहुत सारे बच्चे सेम क्वेश्चन बार बार पूछते हैं कि R1 पॉजिटिव क्यों आ ते R2 नैगेटिव क्यों आ। ठीक है, ये बाय रूल जिहड़ा सी कन्वैक्स फॉर्मूला किया सी, लेंस मेकर फॉर्मूला किया सीगा, वो स्पैशल केस करते हैं तो वो टर्म आती है कि R1 जोड़ा पॉजिटिव होंदा, R2 जोड़ा क्योंकि प्लेनो होंदा तो वह नॉर्मल नहीं बनता, तो इन्फिनिटी ते चल जाता, नैगेटिव दे विच चला जाता। सो उधर की हो जाऊगा नैगेटिव दे विच। सो जस्ट वैल्यूज पुट करो तो अपना आंसर जोड़ा तुसीं फाइंड आउट कर सकते। बच्चे कैलकुलेशन मैं खुद नहीं ट्राई करवा रही, कैलकुलेशन तुहानूं सॉल्व कीतियां होईयां मिल रही हैं, एक बार खुद ट्राई करके देखो, खुद सॉल्व करके देखो। नहीं सॉल्व करके देखोगे तो बच्चे तुहानूं ही प्रॉब्लम आएगी। हाँ, अगर जिथे तुहानूं प्रॉब्लम आ रही है बच्चे पूछ जरूर लेना, उत्थे मैं तुहाडी हैल्प कर देंगी। कोई भी प्रॉब्लम आती है किसी भी कैलकुलेशन दे विच तां तुसीं बच्चे हैल्प ले सकते हैं। ठीक है, सारी नैक्सट बच्चे सेम न्यूमैरिकल है, इस करके डायरैक्ट शो ही कर रही हैं। सो 52 नंबर क्वेश्चन देखो राजे, इदा का क्वेश्चन पंजाब बोर्ड के बहुत रेयर चांसिस आ कि आवे, अदरवाइज तुसीं इहनूं स्किप कर सकते हैं। अ रे ऑफ लाइट ऑफ फ्रीकुएंसी 5 × 10⁻⁻+ 14 हर्ट्स, फ्रीकुएंसी मतलब तुहानूं म्यू गिवन है, pass through a liquid of wavelength of light, calculate inside the liquid to found to be in a meter, कैपिटल M नहीं है स्मॉल m आ, सो लैमडा मतलब तुहानूं लैमडा गिवन है। रिफ्रैक्टिव इंडेक्स मतलब तुसी म्यू पता करना, सो ये तो बिल्कुल ही सिंपल है राजी, डायरैक्ट फॉर्मूला लगाओ, म्यू = C/N, सो N मतलब फ्रीकुएंसी, C/म्यू, N भी लिख सकते हैं, म्यू भी लिख सकते हैं, C/म्यू, C की वैल्यू स्टैंडर्ड आ, म्यू की वैल्यू सानू गिवन आ, तो इत्थों लैमडा फाइंड आउट कर लो। रिफ्रैक्टिव इंडेक्स किहदे इक्वल हुंदा, लैमडा एयर ओवर लैमडा, कोई भी जो सानू बच्चे लिक्विड मीडियम दिता होया आ, सो जस्ट वैल्यूज पुट कीतियां तो तुहाडा आंसर आ जाएगा। डन। सो 53rd नंबर क्वेश्चन भी बच्चे अनइंपॉर्टेंट क्वेश्चन आ, ये भी क्वेश्चन जस्ट एक बारी तुसी रीड आउट कर लेना, जस्ट देख लेना, अदरवाइज ये अनइंपॉर्टेंट क्वेश्चन है। सो 54th क्वेश्चन भी तुसी देख सकते हैं बच्चे, ये क्वेश्चन भी CBSE पैटर्न का क्वेश्चन है। For the same angle of incident, the angle of refraction in the 3 different medium A, B, C are 15 degree, 25 degree, 35 degree respectively. In which medium will be the velocity of the light minimum? Light minimum कित्थे होएगी? So असी relation find out किता, जिथे जाके जिथे बच्चे यदि फ्रीकुएंसी ज़्यादा होएगा वह रिफ्रैक्टिव इंडेक्स घट होएगा। सो प्रॉपर कैलकुलेशन बच्चे असी देख लिया, म्यू = sin I / sin R, सो म्यू जड़ा है इनवर्सली प्रोपोर्शनल आ आर दे, सो म्यू अदरवाइज के इक्वल होंदा है C/म्यू दे। आ बच्चे रिफ्रैक्टिव इंडेक्स है और आ वाला म्यू दी फ्रीकुएंसी है म्यू। ठीक है, सो उत्ते डिपेंड कर दिया। नैक्सट क्वेश्चन इज़ द मोस्ट इंपॉर्टेंट क्वेश्चन जोड़ा कि 2 मार्क्स का क्वेश्चन के लिए बच्चे आ सकता। नैक्सट 56th क्वेश्चन इज़ ऑल्सो इंपॉर्टेंट बच्चे, 2 मार्क्स विच भी आ सकता और 3 मार्क्स विच भी आ सकता है। नैक्सट 57 नंबर क्वेश्चन बच्चे, दिस इज़ द मोस्ट इंपॉर्टेंट क्वेश्चन। सो बच्चे जिहदे चेंज इन फोकल लेंथ है, इदा दे न्यूमैरिकल जरूर करके जाना, ये रीसेंट टाइम दे विच काफ़ी ज़्यादा इंपॉर्टेंट और पॉपुलर क्वेश्चनस है, सो इदा दे क्वेश्चन जरूर करके जाना। सो बच्चे कैलकुलेशन ऑलमोस्ट सेम आ जो असी पिछले क्वेश्चन दे विच कीती सी। नैक्सट क्वेश्चन है, इफ द क्रिटिकल एंगल ऑफ अ टोटल इंटरनल रिफ्लैक्शन ऑफ अ मीडियम टू वैक्यूम इज 30 डिग्री। सो बच्चे क्रिटिकल एंगल चाहे इनू C दे नाल लिख रहे हैं, कुछ बुक्स बच्चे IC दे नाल लिखते हैं। सो IC जोड़ा क्रिटिकल एंगल है 30 डिग्री सानू गिवन है। दैन व्हाट इज़ द वेलोसिटी ऑफ अ लाइट इन अ मीडियम? सो असी फॉर्मूला लगावांगे, म्यू = 1/IC। सो IC की वैल्यू पुट करो, sin 30 = 1/2 ऊपर लेके जावांगे तो म्यू का आंसर आ जाएगा साढ़े को 2। दैन असी रिफ्रैक्टिव इंडेक्स का फॉर्मूला लगावांगे। सो बच्चे फॉर्मूला सानू पता म्यू = C/म्यू, सो जस्ट वैल्यूज पुट करो तो थोड़ा आंसर जोड़ा है आ जाएगा।
नेक्स्ट भी बच्चे बिल्कुल सिंपल क्वेश्चन आ, द रेडियस ऑफ कर्वेचर ऑफ अ फेसिस ऑफ डबल कन्वेक्स लेंसेज आ 20 एंड 20 सेंटीमीटर इफ द फोकल लेंथ इज 20 सेंटीमीटर, रिफ्रैक्टिव इंडेक्स मतलब म्यू पता करना है। सो बच्चे ये भी लेंस मेकर फॉर्मूले का ही क्वेश्चन है। सो याद रखना फर्स्ट आर पॉजिटिव आ कन्वेक्स के अंदर, सैकेंड आर नैगेटिव आ। सो बच्चे आ टर्म मैं थोड़ा बार बार दस रही हाँ कि इनू नोट डाउन कर लो ताकि थोड़ा कन्फ्यूजन ना हो। सो सारिया टर्म्स राजे सानू गिवन आ, जस्ट वैल्यूज पुट करो और साडा म्यू का आंसर आ जाएगा। सैकेंड क्वेश्चन बच्चे 60th क्वेश्चन जोड़ा आ ये भी साडा सेम आ। सो ये भी बच्चे तुसी खुद ट्राई करके देख लेना, बिकॉज बच्चे उही क्वेश्चन जोड़े आ बार बार रिपीट हो रहे आ, या जोड़े 2010 तो लैके 2022 तक कह लो थोड़े क्वेश्चन आ रहे हैं बच्चे, वो मोस्टली सारे क्वेश्चन जोड़े थानू एक्यूरेट दी बुक के अंदर मिल जाएंगे। सो बच्चे चेंज इन फोकल लेंथ वाले जो जिन्ने भी क्वेश्चन है बहुत अच्छे तरीके नाल प्रिपेयर करने हैं। सो अगर तुसी म्यू जी दे नाल नहीं लिखना चाहते तो डायरैक्टली लिख सकते हैं म्यू जी डिवाइडेड बाय म्यू डबल्यू। अगर ए दी फॉर्म दे विच लिखना चाहते ये लिख लो, अदरवाइज डायरैक्ट भी जोड़ा तुसी लिख सकते हैं। सो पिछे वाले बिल्कुल सिंपल क्वेश्चन है, ट्राई करके देख लेना। जिथे भी कोई भी क्वेश्चन की प्रॉब्लम होएगी वो तुसी पूछ लेना कि आ वाले कैलकुलेशन हो नहीं रही या किसी तरीके की कोई भी प्रॉब्लम आ रही है। सो राजे ਜਿਹੜੇ ਵੀਕ ਸਟੂਡੈਂਟ ਆ ਉਹ ਲਾਸਟ ਵਾਲਾ क्वेश्चन स्किप कर सकते हैं, ਇੱਦਾਂ ਦੇ क्वेश्चन ਹਲੇ तक पंजाब बोर्ड ਦੇ ਵਿੱਚ ਦੇਖਣ ਲਈ नहीं मिले। सो ਇਹਦੇ ਨਾਲ ਰਾਜੇ ਸਾਡੇ जो ਨੂਮੈਰੀਕਲਸ ਦੀ ਪ੍ਰੈਕਟਿਸ ਆ ਉਹ ਹੋ ਜਾਏਗੀ। ਸੋ ਸਾਰੇ ਨੂਮੈਰੀਕਲ ਬੱਚੇ ਅੱਛੇ ਤਰੀਕੇ ਨਾਲ ਕਰਕੇ ਦੇਖ ਲੈਣਾ। ਇਸ ਤੋਂ ਇਲਾਵਾ ਕੰਪਾਊਂਡ ਮਾਈਕਰੋਸਕੋਪ ਦੇ ਇੱਕ ਅੱਧੇ ਨੂਮੈਰੀਕਲ ਰਾਜੇ ਜ਼ਰੂਰ ਕਰਕੇ ਦੇਖਣਾ। ਇੰਟਰਫੇरेंस ਦੇ जो रेशो वाले ਨੂਮੈਰੀਕਲਸ ਆ ਉਹ ਰੀਸੈਂਟਲੀ ਇੰਪੋਰਟੈਂਟ ਹੈ, ਸੋ ਉਹ ਅੱਛੇ ਤਰੀਕੇ ਨਾਲ ਕਰਕੇ ਦੇਖ ਲੈਣਾ। ਸੋ ਜਾਂਦੇ ਜਾਂਦੇ ਵੀਡੀਓ ਨੂੰ ਬੱਚੇ ਲਾਈਕ ਕਰ ਦੇਣਾ, ਮੈਕਸਿਮਮ ਸ਼ੇਅਰ ਕਰ ਦੇਣਾ। ਥੈਂਕ ਯੂ ਸੋ ਮਚ।